ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਸਤਿਗੁਰਾਂ ਦੀ ਪਾਕ ਮੁਕੱਦਸ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹੋਏ ਹੈ। ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੀ ਆਪ ਮਾਈ ਭਾਈ ਸਾਧ ਸੰਗਤ ਹਾਜ਼ਰੀ ਭਰ ਰਹੇ ਹੋ। ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਦੇ ਪਏ ਹੋ। ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰਾਂ ਦੇ ਪ੍ਰਕਾਸ਼ ਹੋਏ। ਨਿਤਨੇਮ ਦੀਆਂ ਬਾਣੀਆਂ ਦੇ ਜਾਪ, ਆਸਾ ਜੀ ਦੀ ਵਾਰ ਦੇ ਪਾਠ, ਹੋਰ ਵੀ ਬੇਅੰਤ ਬਾਣੀਆਂ ਦੇ ਪਾਠ ਆਪ ਨੇ ਸਰਵਣ ਕੀਤੇ। ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਆਪਾਂ ਸਰਵਣ ਕੀਤੀ ਹੈ। ਹੁਣ ਸਾਧ ਸੰਗਤ ਜੀ ਅੱਜ ਤੀਸਰੇ ਪਾਤਸ਼ਾਹ ਸੇਵਾ ਦੇ ਮਹਾਨ ਪੁੰਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਪੁਰਬ ਹਨ। ਅੱਜ ਦੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾ ਗਏ ਸੀ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕਰਕੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੁਰਤਾ ਗੱਦੀ ਸੰਬੰਧੀ ਆਪਾਂ ਪਰਸੋਂ ਵਿਚਾਰ ਸਾਂਝੇ ਕੀਤੇ ਸਨ। ਆਓ ਕੁਝ ਕੁ ਸਮਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਆਪਾਂ ਜੁੜੀਏ। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦੇ ਤੀਜੇ ਮਾਲਕ ਬਣੇ ਹੈ। ਸਤਿਗੁਰੂ ਜੀ ਦਾ ਜੀਵਨ ਵੀ ਬਹੁਤ ਸੰਘਰਸ਼ਸ਼ੀਲ ਰਿਹਾ ਹੈ। ਸਮਾਜ ਦੇ ਅੰਦਰ ਜਿੰਨੇ ਵੀ ਮਨੁੱਖ ਹੈ, ਇਹ ਕਈ ਦਫਾ ਆਪਣੀ ਜ਼ਿੰਦਗੀ ਤੋਂ ਕਈ ਬਹੁਤੇ ਜ਼ਿਆਦਾ ਸਾਧ ਸੰਗਤ ਜੀ ਦੁਖੀ ਹੋ ਜਾਂਦੇ ਹੈ। ਹਰੇਕ ਪੱਖ ਦੇ ਵਿੱਚ, ਕਈ ਰਾਜਨੀਤਿਕ ਪੱਖ ਦੇ ਵਿੱਚ ਹੈ, ਕਈ ਸਮਾਜਿਕ ਪੱਖ ਦੇ ਵਿੱਚ, ਪਰਿਵਾਰਕ ਪੱਖ 'ਚ ਲਾ ਲਓ, ਧਾਰਮਿਕ ਪੱਖ 'ਚ ਲਾ ਲਓ, ਹਰੇਕ ਪੱਖ ਦੇ ਵਿੱਚ ਕੁਝ ਨਾ ਕੁਝ ਦੁੱਖ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਰਹਿੰਦਾ ਹੈ। ਅਤੇ ਬਹੁਤਾਤ ਅੰਦਰ ਕਈ ਲੋਕ ਫਿਰ ਇਹਨਾਂ ਦੁੱਖਾਂ ਨੂੰ ਸਹਾਰ ਨਹੀਂ ਪਾਉਂਦੇ, ਜਿਹਦੇ ਕਰਕੇ ਕਈ ਵਿਲਕਦੇ ਰਹਿੰਦੇ ਨੇ। ਕਈ ਤਾਂ ਸਾਧ ਸੰਗਤ ਜੀ ਆਪਣੇ ਜੀਵਨ ਪਾਸੋਂ ਹੱਥ ਹੀ ਧੋ ਲੈਂਦੇ ਹੈ, ਮੌਤ ਨੂੰ ਕਬੂਲ ਲੈਂਦੇ ਹਨ, ਆਤਮਘਾਤ ਕਰ ਲੈਂਦੇ ਹੈ। ਐਸਾ ਕਈਆਂ ਦਾ ਸੰਗਤ ਜੀ ਸੁਭਾਅ ਬਣ ਜਾਂਦਾ ਹੈ। ਪਰ ਜਿਵੇਂ ਗੁਰੂ ਸਾਹਿਬਾਨ ਦੇ ਜੀਵਨ ਹੈ, ਉਹਨਾਂ ਨੇ ਆਪਣੇ ਜੀਵਨ ਦੁਆਰਾ ਸਾਨੂੰ ਇਹੋ ਜਿਹੇ ਮਾਹੌਲ ਵਿੱਚ, ਦੁੱਖਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ, ਜੀਵਨ ਨੂੰ ਤਰੱਕੀ ਵਾਲੇ ਪਾਸੇ, ਸਫਲਤਾ ਵਾਲੇ ਪਾਸੇ ਲੈ ਕੇ ਜਾਣਾ ਹੈ, ਉਹ ਆਪਣੇ ਜੀਵਨ ਦੁਆਰਾ ਪ੍ਰੈਕਟੀਕਲੀ ਕਰਕੇ ਸਾਨੂੰ ਸੰਗਤ ਜੀ ਉਹ ਜੀਵਨ ਦਾ ਇਹ ਲੇਖ ਸਿਖਾਇਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤਸਰ ਦੇ ਵਿੱਚ ਹੀ ਸਾਧ ਸੰਗਤ ਜੀ ਬਾਸਰ ਕੇ ਪਿੰਡ ਪੈਂਦਾ ਹੈ। ਉਸ ਪਿੰਡ ਦੇ ਵਿੱਚ ਬਾਬਾ ਤੇਜਭਾਨ ਜੀ ਦੇ ਘਰ ਦੇ ਵਿੱਚ ਮਹਾਰਾਜ ਜੀ ਦਾ ਆਗਮਨ ਹੋਇਆ। ਸਤਿਗੁਰੂ ਸਾਹਿਬ ਜੀ 4 ਭਰਾ ਸਨ। ਮਹਾਰਾਜ ਜੀ ਸਭ ਤੋਂ ਵੱਡੇ ਸੀ। ਬਾਬਾ ਤੇਜਭਾਨ ਜੀ ਦੇ ਕੋਲੇ ਉੱਥੇ ਰਹਿੰਦੇ। ਮਹਾਰਾਜ ਜੀ ਦਾ ਸ਼ੁਰੂ ਤੋਂ ਹੀ ਸੁਭਾਅ ਜਿਹੜਾ ਸੀ ਬੜਾ ਬੈਰਾਗੀ ਤਿਆਗੀ ਜਾ ਰਿਹਾ ਹੈ। ਬਹੁਤਾ ਕਿਸੇ ਨਾਲ ਬੋਲ ਚਾਲ ਨਾ ਕਰਦੇ, ਅਤੇ ਸਾਰਿਆਂ ਦੇ ਨਾਲ ਜਦੋਂ ਕੋਈ ਆ ਕੇ ਮਿਲਦਾ ਤੇ ਬੜੇ ਪਿਆਰ ਦੇ ਨਾਲ ਮਿਲਿਆ ਵੀ ਕਰਦੇ, ਅਤੇ ਪਿਆਰ ਨਾਲ ਬੜੀ ਮਿਠਾਸ ਦੇ ਵਿੱਚ ਬੋਲਿਆ ਕਰਦੇ। ਬਾਬਾ ਤੇਜਭਾਨ ਜੀ ਦੀ ਇੱਕ ਹੱਟੀ ਸੀ, ਉਹ ਸੌਦਾ ਪੱਤਾ ਵੇਚਿਆ ਕਰਦੇ ਬਾਸਰ ਕੇ ਪਿੰਡ ਦੇ ਵਿੱਚ। ਜਿਵੇਂ ਹੀ ਬਾਬਾ ਤੇਜਭਾਨ ਜੀ ਕੁਝ ਬਜ਼ੁਰਗ ਹੁੰਦੇ ਹੈ, ਅਤੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਵੱਡੇ ਭਰਾ ਹੈ, ਤੋ ਇਹਨਾਂ ਨੇ ਫਿਰ ਉਹ ਹੱਟੀ ਦਾ ਸਾਰਾ ਕਾਰੋਬਾਰ ਸਾਂਭਿਆ। ਇਹ ਵੀ ਜੀਵਨ ਵਿੱਚ ਸਾਧ ਸੰਗਤ ਜੀ ਆਉਂਦਾ ਕਿ ਮਹਾਰਾਜ ਜੀ ਉਸ ਸਮੇਂ ਜਿਵੇਂ ਅੱਜ ਕੱਲ੍ਹ ਫੇਰੀਆਂ ਲਾਉਣ ਵਾਲੇ ਆਉਂਦੇ ਹੈ ਨਾ, ਉਹ ਲੈ ਕਰਕੇ ਕੋ ਰੇੜੇ ਘੋੜੇ 'ਤੇ, ਕੋ ਅੱਜ ਕੱਲ੍ਹ ਜਿਵੇਂ ਆਟੋ ਚੱਲ ਪਏ ਹੈ, ਟੈਂਪੂ ਚੱਲ ਗਏ, ਇਹਨਾਂ 'ਤੇ ਰੱਖ ਕੇ ਸੌਦਾ ਵੇਚਦੇ ਹੈ ਪਿੰਡਾਂ ਪਿੰਡਾਂ ਵਿੱਚ। ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇਹ ਕੰਮ ਕੀਤਾ ਹੈ। ਮਹਾਰਾਜ ਜੀ ਰੇੜੇ ਘੋੜੇ ਉੱਤੇ ਲੱਦ ਕਰਕੇ ਸੌਦਾ ਦੁਕਾਨ ਦਾ
ਤੇ ਬਾਸਰਕੇ ਦੇ ਆਸੇ-ਪਾਸੇ ਜਿਹੜੇ ਹੋਰ ਪਿੰਡ ਸਨ ਉਸ ਸਮੇਂ, ਉਹਨਾਂ ਫਿਰ ਪਿੰਡਾਂ ਦੇ ਵਿੱਚ ਜਾ ਕਰਕੇ ਫੇਰੀ ਲਾਇਆ ਕਰਦੇ, ਸੌਦਾ ਵੇਚਿਆ ਕਰਦੇ। ਤੇ ਆਪਣੇ ਜਿਹੜੇ ਬਾਕੀ ਦੇ ਭਰਾ ਸਨ ਉਹਨਾਂ ਨੂੰ ਫਿਰ ਕਹਿੰਦੇ ਤੁਸੀਂ ਦੁਕਾਨ 'ਤੇ ਬੈਠੋ ਤੇ ਮੈਂ ਬਾਹਰ ਸੌਦਾ ਵੇਚ ਕੇ ਆਉਣਾ। ਇੱਦਾਂ ਆਪਣਾ ਸੰਗਤ ਜੀ ਕਾਰੋਬਾਰ ਕਰਦੇ। ਕਿਰਤ ਕਰਨੀ ਮਹਾਰਾਜ ਨੇ ਸਾਨੂੰ ਸਿਖਾਈ ਹੈ। ਤੋ ਕਿਰਤ ਕਰਿਆ ਕਰਦੇ। ਹੌਲੀ ਹੌਲੀ ਬਾਬਾ ਤੇਜਭਾਨ ਸਾਹਿਬ ਜੀ ਨੇ ਫਿਰ ਕਿਹਾ ਕਿ ਜੀ ਹੁਣ ਤੁਸੀਂ ਸਾਰੇ ਜਵਾਨ ਹੋ ਚੁੱਕੇ ਹੋ ਤੇ ਮੇਰਾ ਫਰਜ਼ ਹੈ ਤੇ ਤੁਹਾਡਾ ਹੁਣ ਵਿਆਹ ਕਰ ਦਿੱਤਾ ਜਾਵੇ। ਮਹਾਰਾਜ ਜੀ ਨੇ ਮਨਾ ਕਰ ਦਿੱਤਾ। ਤੇ ਜਦੋਂ ਮਹਾਰਾਜ ਜੀ ਨੇ ਮਨਾ ਕਰ ਦਿੱਤਾ ਤੇ ਫਿਰ ਜਿਹੜੇ ਬਾਕੀ ਦੇ ਭਰਾ ਸਨ ਉਹਨਾਂ ਨੇ ਕਿਹਾ ਨਹੀਂ ਜੀ ਪਹਿਲਾਂ ਵੱਡੇ ਹੈ, ਇਹਨਾਂ ਦਾ ਵਿਆਹ ਕਰੋ। ਕਰਦਿਆਂ ਕਰਾਉਂਦਿਆਂ ਸੰਗਤ ਜੀ ਬਹੁਤ ਫਿਰ ਲੰਮੀ ਉਮਰ ਵਿੱਚ ਜਾ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਵਿਆਹ ਹੋਇਆ ਸੀ। ਉਹ ਨਾਲ ਹੀ ਉੱਧਰ ਸਨਖੱਤਰੇ ਨਾਮ ਦਾ ਪਿੰਡ ਪੈ ਜਾਂਦਾ ਬਾਰਡਰ 'ਤੇ। ਉੱਥੇ ਮਨਸਾ ਦੇਵੀ ਜੀ ਦੇ ਨਾਲ ਮਹਾਰਾਜ ਜੀ ਦੇ ਸੰਗਤ ਜੀ ਆਨੰਦ ਕਾਰਜ ਹੁੰਦੇ ਹੈ। ਤੋ ਗ੍ਰਸਤੀ ਜ਼ਿੰਦਗੀ ਵੀ ਮਹਾਰਾਜ ਜੀ ਫਿਰ ਨਿਭਾਉਂਦੇ ਰਹੇ, ਉਸੇ ਤਰ੍ਹਾਂ ਕੰਮਕਾਰ ਕਰਦੇ ਰਹੇ। ਕਰਦਿਆਂ ਕਰਦਿਆਂ ਜਦੋਂ ਕਹਿੰਦੇ ਹੈ ਕਿ 50 ਕੁ ਸਾਲ ਦੀ ਮਹਾਰਾਜ ਜੀ ਦੀ ਉਮਰ ਹੋ ਚੁੱਕੀ ਸੀ, ਉਸ ਸਮੇਂ ਫਿਰ ਸਤਿਗੁਰੂ ਜੀ ਨੇ ਯਾਤਰਾ ਆਰੰਭ ਕੀਤੀ। ਆਮ ਹਿੰਦੁਸਤਾਨ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਉਮਰ ਦਾ ਅੰਦਾਜ਼ਾ ਲਾਇਆ ਜਾਂਦਾ 100 ਕੁ ਸਾਲ ਦਾ, ਜਿਹਦੇ ਵਿੱਚੋਂ ਕਹਿੰਦੇ 25 ਸਾਲ ਤਾਂ ਬ੍ਰਹਮਚਾਰਜ ਦੇ ਕੱਢ ਲਓ, 25 ਸਾਲ ਗ੍ਰਸਤੀ ਦੇ ਹੋ ਗਏ। ਜਦੋਂ ਇਹ 50 ਸਾਲ ਤੋਂ ਉੱਪਰ ਉਮਰ ਟੱਪਦੀ ਹੈ ਤਾਂ ਫਿਰ ਇਹ ਤੀਜਾ ਆਸ਼ਰਮ ਸ਼ੁਰੂ ਹੋ ਜਾਂਦਾ ਹੈ। ਤੋ ਇਸੇ ਤਰ੍ਹਾਂ ਫਿਰ ਚੌਥਾ ਆਸ਼ਰਮ ਸੰਨਿਆਸੀ ਮੰਨਿਆ ਹੋਇਆ। ਤੋ ਇਹ ਬਾਨਪ੍ਰਸਤੀ ਤੀਜਾ ਤੇ ਚੌਥਾ ਸੰਨਿਆਸੀ 25-25 ਸਾਲਾਂ ਵਿੱਚ ਵੰਡਿਆ ਹੋਇਆ ਸੀ। ਤੇ ਬਹੁਤੇ ਵਿਦਵਾਨਾਂ ਨੇ ਐਸੇ ਵੀ ਬਚਨ ਕਹੇ, ਕਹਿਣ ਲੱਗੇ ਕਿ ਭਾਈ ਵੈਸੇ ਤਾਂ ਪਰਮਾਤਮਾ ਨੂੰ ਹਰ ਸਮੇਂ ਚੇਤੇ ਕਰੋ, ਚਾਹੇ ਬਚਪਨ ਹੈ, ਚਾਹੇ ਜਵਾਨੀ ਹੈ, ਚਾਹੇ ਬੁਢੇਪਾ ਹੈ, ਪਰ ਜਦੋਂ ਹੀ 50 ਸਾਲ ਦੀ ਉਮਰ ਹੋ ਜਾਵੇ ਉਦੋਂ ਬਾਅਦ ਫਿਰ ਹੋਰ ਕੰਮਾਂ ਦਾ ਖਿਆਲ ਛੱਡ ਕੇ ਤੇ ਆਪਣੇ ਅੱਗੇ ਦਾ ਖਿਆਲ ਕਰੇ। ਫਿਰ ਅੱਗੇ ਨੂੰ ਸਵਾਰਨ ਵਾਸਤੇ ਲੱਗ ਹੀ ਜਾਵੇ, ਹੋਰ ਨਾ ਫਿਰ ਹੁਣ ਸੋਚੇ ਕੁਝ ਵੀ। ਇੱਦਾਂ ਦੀ ਵਿਚਾਰ ਬਹੁਤ ਸਾਰੇ ਧਾਰਮਿਕ ਸਮਾਜ ਦੇ ਵਿੱਚ ਕੀਤੀ ਜਾਂਦੀ ਰਹੀ ਹੈ। ਤੋ ਗੁਰੂ ਅਮਰਦਾਸ ਮਹਾਰਾਜ ਜਦੋਂ 50 ਸਾਲ ਦੀ ਉਮਰ ਹੋਈ ਤਾਂ 51ਵੇਂ ਸਾਲ ਤੋਂ ਫਿਰ ਤੀਰਥ ਯਾਤਰਾ ਉਹਨਾਂ ਨੇ ਆਰੰਭ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਪਿੰਡੋਂ ਕੁਝ ਹੋਰ ਨਾਲ ਲੈ ਲੈਂਦੇ ਲੋਕਾਂ ਨੂੰ, ਤੇ ਇੱਧਰ ਸੰਗਤ ਦੀ ਹਰਿਦੁਆਰ ਵਾਲੇ ਪਾਸੇ, ਗੰਗਾ ਨਦੀ ਵਾਲੇ ਪਾਸੇ ਇੱਧਰ ਯਾਤਰਾ ਨੂੰ ਆ ਜਾਂਦੇ ਹੈ। ਤੋ ਤਕਰੀਬਨ 19 ਜਾਂ 20 ਯਾਤਰਾਵਾਂ ਮਹਾਰਾਜ ਨੇ ਕੀਤੀਆਂ ਹਨ। ਕਹਿੰਦੇ 20 ਯਾਤਰਾ ਭਾਵ ਹਰੇਕ ਸਾਲ ਬਾਅਦ ਇੱਕ ਯਾਤਰਾ ਕਰਿਆ ਕਰਦੇ ਸੀ। ਤੇ ਤਕਰੀਬਨ ਕਹਿੰਦੇ ਹੈ ਕਿ 20 ਯਾਤਰਾਵਾਂ ਮਹਾਰਾਜ ਨੇ ਕੀਤੀਆਂ ਤੇ 50 ਤੋਂ 70 ਸਾਲ ਦੀ ਉਮਰ ਹੋ ਗਈ। 20 ਸਾਲ ਵਿੱਚ ਇਹ ਜੋੜ ਲਈਏ ਤਾਂ ਆਪਾਂ। ਤੋ ਇੱਕ ਵਾਰ ਜਦੋਂ ਸਾਧ ਸੰਗਤ ਜੀ ਕਹਿੰਦੇ 20ਵੀਂ ਯਾਤਰਾ ਕਰਕੇ ਵਾਪਸ ਮੁੜਦੇ ਪਏ ਸਨ ਤਾਂ ਰਸਤੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਮਹਾਰਾਜ ਜੀ ਕੁਝ ਸਮਾਂ ਆਰਾਮ ਕਰਨ ਦੇ ਲਈ ਲੰਮੇ ਪੈ ਗਏ। ਜੋ ਲੰਮੇ ਪਏ ਹੋਏ ਹੈ ਤਾਂ ਗੋਡੇ ਦੇ ਉੱਤੇ ਇੱਕ ਦੂਜਾ ਪੈਰ ਰੱਖਿਆ ਹੋਇਆ ਹੈ। ਦੂਰ ਇੱਕ ਜੋਤਸ਼ੀ ਖਲੋਤਾ ਸੀ, ਉਹਨੇ ਦੇਖਿਆ ਪੈਰ ਮਹਾਰਾਜ ਜੀ ਦਾ ਤੇ ਆਪਣਾ ਜੋਤਿਸ਼ ਦਾ ਹਿਸਾਬ ਕਿਤਾਬ ਲਾਇਆ। ਦੇਖਿਆ ਕਹਿੰਦੇ ਇਹਨਾਂ ਦੇ ਚਰਨਾਂ ਵਿੱਚ ਤਾਂ ਪਦਮ ਚਮਕ ਰਿਹਾ ਹੈ। ਆ ਕੇ ਕੋਲ ਬੈਠਾ ਰਿਹਾ। ਮਹਾਰਾਜ ਜੀ ਉੱਠੇ, ਪੁੱਛਿਆ ਮਹਾਰਾਜ ਜੀ ਨੇ ਕਿ ਕਿਵੇਂ ਪੰਡਿਤ ਜੀ ਬੈਠੇ ਹੋ? ਕਹਿੰਦੇ ਮਹਾਰਾਜ ਜੀ ਤੁਸੀਂ ਦੱਸੋ, ਕੋਈ ਧਰਮਾਤਮਾ ਹੋ ਬਹੁਤ ਵੱਡੇ? ਮਹਾਰਾਜ ਕਹਿੰਦੇ ਨਹੀਂ ਭਾਈ, ਮੈਂ ਤਾਂ ਕਾਮ ਜਿਹਾ ਜੇ ਬੰਦਾ ਹੀ ਹਾਂ, ਯਾਤਰੂ ਹਾਂ। ਕਹਿੰਦੇ ਫਿਰ ਤੁਸੀਂ ਚੱਕਰਵਰਤੀ ਪਾਤਸ਼ਾਹ ਹੋ? ਕਹਿੰਦੇ ਨਹੀਂ, ਮੈਂ ਤਾਂ ਇੱਕ ਆਮ ਪਿੰਡ ਦੇ ਵਿੱਚ ਸਿੱਧਾ ਸਾਦਾ ਜੱਟ ਹਾਂ। ਕਹਿੰਦੇ ਕਿ ਜੀ ਤੁਹਾਡੇ ਚਰਨਾਂ ਦੇ ਵਿੱਚ ਪਦਮ ਚਮਕ ਰਿਹਾ ਹੈ, ਇਹ ਇਸੇ ਦੀ ਨਿਸ਼ਾਨੀ ਹੁੰਦੀ ਹੈ। ਮਹਾਰਾਜ ਕਹਿੰਦੇ ਭਾਈ ਸਾਨੂੰ ਤਾਂ ਪਤਾ ਨਹੀਂ ਹੈ, ਤੇ ਦੱਸ ਤੈਨੂੰ ਕੀ ਦਕਸ਼ਨਾ ਦੇਈਏ? ਕਹਿੰਦਾ ਨਹੀਂ ਜੀ, ਫਿਰ ਤੁਸੀਂ ਅਜੇ ਪ੍ਰਗਟ ਹੋਵੋਗੇ, ਮੈਂ ਦਕਸ਼ਨਾ ਨਹੀਂ ਲੈਣੀ। ਦਕਸ਼ਨਾ ਉਦੋਂ ਲਾਊਂਗਾ ਜਦੋਂ ਤੁਸੀਂ ਵੱਡੇ ਸਿੰਘਾਸਨ 'ਤੇ ਬੈਠੇ ਹੋਵੋਗੇ। ਮਹਾਰਾਜ ਜੀ ਹੱਸ ਪਏ, ਕਹਿਣ ਲੱਗੇ ਚੰਗਾ ਭਾਈ, ਜਿਵੇਂ ਤੇਰੀ ਖੁਸ਼ੀ। ਤਾਂ ਚੱਲਦੇ ਚੱਲਦੇ ਜਦੋਂ ਮਹਾਰਾਜ ਜੀ ਅੱਗੇ ਆਏ ਤੇ ਰਸਤੇ ਵਿੱਚ ਸਾਧ ਸੰਗਤ ਜੀ ਇੱਕ ਹੋਰ ਵੈਸ਼ਨੋ ਕੋਈ ਸਾਧੂ ਮਿਲ ਗਿਆ, ਨਾਲ ਚੱਲਦਾ ਰਿਹਾ ਤੇ ਮਹਾਰਾਜ ਜੀ ਦੇ ਬਚਨ ਬੜੇ ਉਹਨੂੰ ਮਿੱਠੇ ਪਿਆਰੇ ਲੱਗੇ।
ਚਲਦਿਆਂ ਚਲਦਿਆਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਉਹ ਸਾਧੂ ਮਹਾਰਾਜ ਜੀ ਦੇ ਨਾਲ ਬਾਸਰ ਕੇ ਹੀ ਆ ਗਿਆ। ਇੱਥੇ ਆ ਕੇ ਮਹਾਰਾਜ ਜੀ ਨੇ ਉਹਦਾ ਸੌਣ ਦਾ ਪ੍ਰਬੰਧ ਕੀਤਾ, ਤਾਂ ਚੁਬਾਰੇ ਦੇ ਵਿੱਚ ਮੰਜਾ ਡਾਹਿਆ, ਪ੍ਰਸ਼ਾਦਾ ਪਾਣੀ ਛਕਾ ਦਿੱਤਾ। ਛਕਾ ਕੇ ਜਦੋਂ ਉੱਪਰ ਬੈਠੇ ਤਾਂ ਜਿਹੜਾ ਸਾਧੂ ਸੀ ਉਹਨੇ ਕਿਹਾ ਕਿ ਹੇ ਬਾਬਾ ਅਮਰਦਾਸ ਜੀ, ਤੁਹਾਡੀ ਆਵਾਜ਼ ਬੜੀ ਮਿੱਠੀ ਹੈ, ਤੁਹਾਡੇ ਸੁਭਾਅ ਬੜਾ ਨੇਕ ਹੈ, ਤੁਹਾਡੇ ਬਚਨ ਬਹੁਤ ਸੋਹਣੇ ਹੈ, ਮੈਨੂੰ ਇਹ ਦੱਸੋ ਤੁਹਾਡਾ ਗੁਰੂ ਕੌਣ ਹੈ? ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਗੁਰੂ ਤਾਂ ਅਜੇ ਮੈਂ ਧਾਰਨ ਨਹੀਂ ਕੀਤਾ ਹੈ। ਹਾਲਾਂਕਿ ਸੰਗਤ ਜੀ, ਇਹ ਜੋ ਗੁਰੂ ਸਾਹਿਬ ਦੇ ਜੀਵਨ ਦੇ ਤਾਂ ਕੌਤਕ ਨੇ। ਗੁਰੂ ਤਾਂ ਧੁਰੋਂ ਹੀ ਗੁਰੂ ਹੀ ਹੈ, ਪਰ ਕਾਰਨ ਕੀ ਕਿ ਸਾਡੇ ਵਰਗੇ ਲੋਕਾਂ ਨੂੰ ਸਮਝਾਉਣ ਵਾਸਤੇ ਮਹਾਰਾਜ ਨੇ ਜੀਵਨ ਦੇ ਵਿੱਚ ਐਸੇ ਕੁਝ ਕੌਤਕ ਕੀਤੇ ਹੋਏ ਹੈ। ਆਪਣੇ ਸਰੀਰ ਦੇ ਉੱਤੇ ਦੱਸਿਆ ਕਿ ਭਾਈ ਚਾਹੇ ਗੁਰੂ ਧੁਰੋਂ ਹੀ ਹੈ, ਪਰ ਫਿਰ ਵੀ ਉਹਨੂੰ ਗੁਰੂ ਧਾਰਨ ਕਰਨਾ ਹੀ ਪਿਆ ਹੈ। ਗੁਰੂ ਧਾਰੇ ਕੀਤੇ ਤੋਂ ਬਿਨਾਂ ਨਹੀਂ ਕਿਸੇ ਤਰ੍ਹਾਂ ਕੋਈ ਕਲਿਆਣ ਹੋ ਸਕਦੀ ਹੈ, ਜੀਵਨ ਦੀ ਕੋਈ ਸਿੱਧੀ ਨਹੀਂ ਮਿਲ ਸਕਦੀ ਹੈ। ਤਾਂ ਉਹ ਕਹਿਣ ਲੱਗਾ ਜੀ ਤੁਸੀਂ ਗੁਰੂ ਨਹੀਂ ਧਾਰਨ ਕੀਤਾ, ਕਿੰਨੀ ਉਮਰ ਹੋ ਗਈ? ਮਹਾਰਾਜ ਕਹਿੰਦੇ ਤਕਰੀਬਨ 70 ਸਾਲ ਤਾਂ ਹੋ ਗਈ ਹੋਵੇਗੀ, 71ਵਾਂ ਸਾਲ ਸ਼ਾਇਦ ਜਾ ਰਿਹਾ ਹੈ। ਕਹਿਣ ਲੱਗੇ ਬਾਬਾ ਜੀ ਤੁਹਾਡੀ ਇੰਨੀ ਉਮਰ ਹੋ ਗਈ, ਅਜੇ ਤੱਕ ਤੁਸੀਂ ਨਗੁਰੇ ਤੁਰੇ ਫਿਰਦੇ ਹੋ, ਤੁਸੀਂ ਤਾਂ ਮੇਰਾ ਜਨਮ ਹੀ ਭ੍ਰਿਸ਼ਟ ਕਰ ਦਿੱਤਾ ਹੈ। ਮੈਂ ਤਾਂ ਨਗੁਰੇ ਦੇ ਹੱਥ ਦਾ ਪ੍ਰਸ਼ਾਦਾ ਪਾਣੀ ਛਕ ਬੈਠਾ, ਮੈਨੂੰ ਤਾਂ ਦੁਬਾਰਾ ਹੁਣ ਗੰਗਾ ਵਿੱਚ ਜਾ ਕੇ ਗੰਗਾ ਜਲ ਲੈਣਾ ਪਵੇਗਾ, ਦੁਬਾਰਾ ਮੈਨੂੰ ਉਪਦੇਸ਼ ਲੈਣਾ ਪਵੇਗਾ। ਤੁਹਾਡੇ ਘਰ ਦਾ ਤਾਂ ਖਾ ਕੇ ਮੇਰਾ ਜਨਮ ਭ੍ਰਿਸ਼ਟਿਆ ਗਿਆ ਹੈ। ਮੈਂ ਤੁਹਾਨੂੰ ਬੜਾ ਨੇਕ ਸਮਝਿਆ ਕਿ ਤੁਸੀਂ ਚੰਗੇ ਗੁਰੂ ਵਾਲੇ ਹੋਵੋਗੇ, ਪਰ ਤੁਸੀਂ ਗੁਰੂ ਹੀ ਨਹੀਂ ਧਾਰਨ ਕੀਤਾ। ਸਾਰੀ ਉਮਰ ਲੰਘ ਗਈ ਤੁਹਾਡੀ, ਤੇ ਹੁਣ ਕੀ ਤੁਸੀਂ ਸੋਚਦੇ ਪਏ ਹੋ? ਇੱਕ ਸਾਧ ਹੀ ਸੰਗਤ ਜੀ, ਉਹ ਸਾਧੂ ਬਹੁਤ ਸਾਰੀਆਂ ਗੱਲਾਂ ਬੋਲ ਗਿਆ। ਮਹਾਰਾਜ ਜੀ ਨੂੰ ਬਿਠਾਉਂਦੇ ਰਹੇ ਕਿ ਚਲੋ ਬਹਿ ਜਾਓ, ਰਾਤ ਕੱਟ ਲਓ। ਕਹਿੰਦਾ ਨਹੀਂ, ਮੈਂ ਇੱਕ ਨਗੁਰੇ ਦੇ ਘਰ ਵਿੱਚ ਰਾਤ ਨਹੀਂ ਕੱਟ ਸਕਦਾ। ਸਾਧੂ ਦਾ ਸੁਭਾਅ ਸੀ, ਉਹ ਸੰਗਤ ਜੀ ਚਲਿਆ ਗਿਆ। ਉਹ ਤਾਂ ਚਲਿਆ ਗਿਆ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਅੰਦਰ ਉਹ ਗੱਲਾਂ ਕੁਝ ਬਹਿ ਗਈਆਂ। ਕਹਿਣ ਲੱਗੇ ਵਾਕਈ ਜੋ ਇਹ ਸਾਧੂ ਗੱਲ ਤਾਂ ਸਹੀ ਕਹਿ ਗਿਆ ਹੈ। 70 ਸਾਲ ਤੋਂ ਉੱਪਰ ਦੀ ਉਮਰ ਹੋ ਚੁੱਕੀ ਹੈ, ਅਜੇ ਤੱਕ ਮੈਂ ਗੁਰੂ ਹੀ ਨਹੀਂ ਧਾਰਨ ਕੀਤਾ। ਪਰ ਹੁਣ ਗੁਰੂ ਧਾਰਨ ਕਿਹਨੂੰ ਕਰੀਏ ਵੀ ਜਿਹੜਾ ਛੇਤੀ ਹੀ ਕਲਿਆਣ ਕਰ ਦੇਵੇ, ਗੁਰੂ ਹੋਵੇ ਪੂਰਾ, ਜੋ ਮੇਰੇ ਮਨ ਦੀ ਭਾਵਨਾ ਨੂੰ ਜਾਣ ਸਕੇ, ਸਮਝ ਸਕੇ, ਤੇ ਮੈਨੂੰ ਪਰਮ ਮੁਕਤੀ ਦੇ ਦੇਵੇ। ਇਹਨਾਂ ਸੋਚਾਂ ਵਿਚਾਰਾਂ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਸਾਰੀ ਰਾਤ ਕਦੀ ਇੱਧਰ ਤੁਰਦੇ ਫਿਰਦੇ ਰਹੇ। ਜਿਉਂ ਹੀ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਹੋਇਆ, ਤੇ ਅੰਮ੍ਰਿਤ ਵੇਲੇ ਦੇ ਨਾਲ ਘਰ ਦੇ ਵਿੱਚੋਂ ਹੀ ਇੱਕ ਲੜਕੀ ਦੀ ਬੜੀ ਮਿੱਠੀ ਆਵਾਜ਼ ਆਈ ਤੇ ਗੁਰਬਾਣੀ ਦੇ ਸ਼ਬਦ ਗਾ ਰਹੀ ਸੀ। ਇਹ ਜਦੋਂ ਆਵਾਜ਼ ਸੁਣੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਕੋਠੇ ਤੋਂ ਛੱਤ ਤੋਂ ਉਤਰੇ, ਹੇਠਾਂ ਆਏ, ਆਸੇ ਪਾਸੇ ਹੋ ਕੇ ਦੇਖਿਆ ਤੇ ਮਹਾਰਾਜ ਜੀ ਦੀ ਭਤੀਜ ਨੂੰਹ ਸੀ। ਮਹਾਰਾਜ ਜੀ ਦੇ ਭਰਾ ਦੇ ਲੜਕੇ ਦੇ ਨਾਲ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਲੜਕੀ ਦਾ ਸੰਗਤ ਜੀ ਵਿਆਹ ਹੋਇਆ ਸੀ, ਬੀਬੀ ਅਮਰੋ ਜੀ ਦਾ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪੁੱਤਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ 'ਚ ਹੀ ਵਿਆਹੀ ਹੋਈ ਸੀ। ਤੇ ਹੁਣ ਅੰਮ੍ਰਿਤ ਵੇਲੇ ਨਾਲ ਜਿਵੇਂ ਸਿੱਖੇ ਦਾ ਨਿਯਮ ਸੀ, ਅੰਮ੍ਰਿਤ ਵੇਲੇ ਨਾਲ ਬੀਬੀ ਜੀ ਨੇ ਇਸ਼ਨਾਨ ਕੀਤਾ ਹੈ। ਇਸ਼ਨਾਨ ਕਰਕੇ ਚਾਟੀ 'ਚ ਮਧਾਣੀ ਪਾਈ ਹੈ, ਨਾਲ ਪਹਿਲਾਂ ਤਾਂ ਨਿਤਨੇਮ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਹੈ। ਉਦੋਂ ਬਾਅਦ ਫਿਰ ਬੜੀ ਮਿੱਠੀ ਆਵਾਜ਼ ਵਿੱਚ ਗੁਰਬਾਣੀ ਗਾਉਣ ਲੱਗ ਪਏ। ਨਾਲ ਸੰਗਤ ਜੀ ਦੁੱਧ ਰਿੜਕਦੇ ਹੈ, ਨਾਲ ਉਹ ਬਾਣੀ ਦਾ ਪਾਠ ਗਾ ਰਹੇ ਹੈ, ਸ਼ਬਦ ਗਾ ਰਹੇ ਨੇ। ਜਦੋਂ ਸ਼ਬਦ ਗਾ ਰਹੇ ਸੀ, ਗੁਰੂ ਅਮਰਦਾਸ ਮਹਾਰਾਜ ਜੀ ਆ ਕੇ ਥੋੜ੍ਹਾ ਜਿਹਾ ਪਿੱਛੇ ਹਟ ਕੇ ਖਲੋ ਗਏ, ਪਾਸੇ ਜਿਹੇ ਹੋ ਗਏ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸੰਗਤ ਜੀ ਜਿਹੜੀਆਂ ਨੌਹਾਂ ਧੀਆਂ ਹੁੰਦੀਆਂ ਨੇ, ਆਪਣੇ ਬਜ਼ੁਰਗਾਂ ਦੀ ਬੜੀ ਸ਼ਰਮ ਕਰਦੀਆਂ ਹੁੰਦੀਆਂ ਸੀ। ਕੋਈ ਉਸ ਸਮੇਂ ਮਹਾਰਾਜ ਜੀ ਨੇ ਕਿਹਾ ਜੇ ਮੈਂ ਸਾਹਮਣੇ ਚਲਾ ਗਿਆ ਤੇ ਹੋ ਸਕਦਾ ਮੈਨੂੰ ਦੇਖ ਕੇ ਇਹ ਜੋ ਗੁਰਬਾਣੀ, ਜੋ ਇਹ ਬੜਾ ਮਿੱਠਾ ਸ਼ਬਦ ਗਾ ਰਹੀ ਹੈ, ਇਹ ਕਿਤੇ ਬੰਦ ਨਾ ਕਰ ਦੇਵੇ। ਤੋ ਉਸ ਸਮੇਂ ਸੰਗਤ ਜੀ ਫਿਰ ਉਹਨਾਂ ਨੇ ਜਦੋਂ ਸ਼ਬਦ ਗਾਇਆ, ਕਰਨੀ ਕਾਗਦ ਮਨ ਬਸਵਾਣੀ, ਬੁਰਾ ਭਲਾ ਦੋਏ ਲੇਖ ਭਏ, ਇਹ ਜਦੋਂ ਸ਼ਬਦ ਗਾ ਰਹੇ ਸਨ, ਸੁਣ ਕੇ ਨਾਲ ਦੀ ਨਾਲ ਮਹਾਰਾਜ ਨੂੰ ਸਮਝ ਪਈ ਜਾਵੇ। ਕਹਿੰਦੇ ਸਾਰੇ ਸ਼ਬਦ ਵਿੱਚ ਤਾਂ ਮੇਰੇ ਜੀਵਨ ਦੀ ਵਿਆਖਿਆ ਹੈ, ਬੜਾ ਮਿੱਠਾ ਹੈ ਇਹ ਤਾਂ ਸ਼ਬਦ, ਕਿੰਨੀ ਮਿੱਠੀ ਬਾਣੀ ਹੈ। ਇਹਨੇ 'ਚ ਇਹਨੂੰ ਥੋੜ੍ਹੀ ਜਿਹੀ ਸੰਗਤ ਜੀ ਲੋਅ ਲੱਗ ਗਈ ਤੇ ਮਹਾਰਾਜ ਜੀ ਥੋੜ੍ਹਾ ਜਿਹਾ ਅੱਗੇ ਹੋਏ ਹੈ। ਸ਼ਬਦ ਜਿਹੜਾ ਸਮਾਪਤ ਹੋਇਆ
महाराज जी सामने आए। बीबी जी उस समय उठ के सत्कार किया। महाराज जी कहन लगे, धीए आ जो तू शब्द गा रही सी ये दोबारा गा के सुना। ते उस समय बीबी जी ने कुछ क शर्म की ते बीबी अमरो जी की सस आ गई। कहन लगी, धीए जो शर्म दा माड़े कम्मां तो करी दी है, कोई नहीं तू तां रब दी सिफत ही गा रही सां, तू कोई नहीं गा के सुना दे, फिर सुना दे, असीं सारे सुनते हैं। उस समय बीबी अमरो जी ने साध संगत जी फिर वो शब्द गायन किया ते शब्द महाराज जी ने सुनिया। सुनन तो बाद फिर पूछया कि धी राणीए मैनू दस भी ये शब्द किहदा है। कहन लगे, जी ये गुरु नानक देव जी का उचारण किया होया। कहंदे वो कित्थे है? आखिर जी वो तां ज्योति जो समा गए है। कहंदे जी वो ज्योति जो समा गए है तो फिर तेरे कोल किवें शब्द आया? कोई साधन होवेगा ना तेरे कोल आउण दा। कहंदे जी ये शब्द मेरे पिता जी दे पासों गुरु अंगद देव महाराज जी दे पासों मैनू मिलिया है। ते कहन लगे, फिर ऐं कर धीए मैनू तू अपने पिता दे पास लै जा। उस समय साध संगत जी फिर जदों दिन चढ़िया सवेर होई तां बीबी अमरो जी गुरु अमरदास महाराज जी नूं लै गए। खडूर साहब पहुँच गए। जदों खडूर साहब पहुँचे है तो बीबी जी आप गांह ना गए। कहन लगे, जी पिता जी भी मेरे पिता जी का हुक्म सी कि जिन्ना चिर असीं तैनूं ना सद्दीए उन्ना चिर नहीं तूं आउणा है। ये धी नूं सिक्ख्या दे के ਤੋਰਿਆ सी गुरु अंगद देव महाराज जी ने। लम्मे प्रसंगे सारे तो ये फिर पासे हट के खलो गए तो अंदर आप चले गए। उस समय फिर महाराज जी ने फिर आवाज़ आप कल्ले जदों गए, महाराज कहन लगे, आ जा धीए कोई गल नहीं, तू हुण आ गई है तां पर अगे वास्ते समझ के रखी। तो इस प्रकार संगत जी गुरु अंगद देव महाराज की शरण में गुरु अमरदास सच्चे पातशाह जी जा पहुँचते हैं। उत्थे जा करके फिर सेवा दे विच लगे तां सेवा पुछी कि किहड़ी सेवा कीती जावे। ते जाके गुरु अंगद देव महाराज ने तो अपने कुड़म जान के सत्कार करना चाहया सी। ते जे उम्र देखीए तो उम्र दे विच साध संगत जी गुरु अमरदास जी गुरु अंगद देव जी तो कई साल वड्डे ने। तकरीबन 30-35 साल वड्डी उम्र है गुरु अमरदास जी की गुरु अंगद देव जी तो। ते कुड़मां दा रिश्ता जान के गुरु अंगद देव जी ने खड़े हो के सत्कार करना चाहया, पर गुरु अमरदास जी कहन लगे, महाराज मैं कुड़मां दे रिश्ते दे विच नहीं आया हाँ, मैं तां तुहाडा सेवक बनन वास्ते आया हाँ। ये कह के महाराज दे चरनां ते मत्था टेक दिता सी। उदों बाद फिर उत्थे साध संगत जी सेवा विच लग गए। पुछया कि सेवा किहड़ी ज़्यादा जरूरी है? कहंदे लंगर दे विच जल दी बड़ी जरूरत हुंदी है। तो उस समय महाराज जी साध संगत जी फिर लागे ब्यास दरिया तो जाके जल लियाउण दी सेवा विच लग गए। ਤਾਂ ਤਕਰੀਬਨ ਹਰੇਕ ਸਾਲ ਫਿਰ ਜਦੋਂ ਗਾਗਰ ਲਿਆਉਂਦੇ ਅੰਮ੍ਰਿਤ ਵੇਲੇ ਨਾਲ ਪਹਿਲਾਂ ਤਾਂ ਗੁਰੂ ਮਹਾਰਾਜ ਜੀ ਦਾ ਇਸ਼ਨਾਨ ਕਰਾਉਂਦੇ, ਉਦੋਂ ਬਾਅਦ ਫਿਰ ਲੰਗਰ ਦੇ ਵਿੱਚ ਜਿੰਨੇ ਜਲ ਦੀ ਲੋੜ ਹੁੰਦੀ ਉਹ ਲਿਆ ਕਰਕੇ ਉੱਥੇ ਹੌਦੇ ਭਰਦੇ ਰਹਿੰਦੇ। ਇੱਦਾਂ ਸਾਲ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰੂ ਸਾਹਿਬ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਨੂੰ ਇੱਕ ਸਿਰੋਂ ਪਾਓ ਦੇ ਦਿਆ ਕਰਦੇ। ਕਰਦਿਆਂ ਕਰਾਉਂਦਿਆਂ ਸਾਧ ਸੰਗਤ ਜੀ ਬਹੁਤ ਸਾਰੇ ਲੋਕਾਂ ਨੇ ਗੱਲਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕਈ ਤਾਂ ਇੱਥੋਂ ਤੱਕ ਵੀ ਕਹਿਣ ਲੱਗੇ ਕਿ ਜੀ ਇਹ ਤਾਂ ਕੁੜਮਾਂ ਦਾ ਪਾਣੀ ਭਰਦਾ ਫਿਰਦਾ ਹੈ। ਇਹੋ ਜਿਹੀਆਂ ਵੀ ਕਈ ਗੱਲਾਂ ਬਾਤਾਂ ਹੋਈਆਂ, ਪਰ ਮਹਾਰਾਜ ਜੀ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਾ ਕਰਦੇ, ਬੜੇ ਚਾਅ ਨਾਲ ਸੇਵਾ 'ਚ ਲੱਗੇ ਰਹਿੰਦੇ। 12 ਸਾਲ ਲਗਾਤਾਰ ਸੇਵਾ ਕੀਤੀ। 12 ਸਾਲਾਂ ਬਾਅਦ ਜਿਵੇਂ ਕੌਤਕ ਵਰਤਿਆ, ਮਾਨੋ ਕਿ ਮਹਾਰਾਜ ਨੇ ਪ੍ਰੀਖਿਆ ਹੀ ਪਾ ਦਿੱਤੀ ਸੀ। ਦਰਿਆ ਵਿੱਚੋਂ ਪਾਣੀ ਦੀ ਗਾਗਰ ਭਰੀ। ਉਸ ਦਿਨ ਕੀ ਹੋਇਆ ਕਿ ਇੰਨੀ ਜ਼ਿਆਦਾ ਹਨੇਰੀ ਚੱਲ ਪਈ, ਮੀਂਹ ਝੱਖੜ ਚੱਲ ਪਿਆ ਬੜੇ ਜ਼ੋਰ ਦੇ ਨਾਲ। ਅਤੇ ਗੁਰੂ ਅਮਰਦਾਸ ਮਹਾਰਾਜ ਦੀ ਉਮਰ ਸਾਧ ਸੰਗਤ ਜੀ ਉਸ ਸਮੇਂ 83-84 ਸਾਲ ਦੀ ਹੋ ਚੁੱਕੀ ਹੈ, ਕਿਉਂਕਿ 71 ਸਾਲ ਤੋਂ ਉੱਪਰ ਦੀ ਉਮਰ ਵਿੱਚ ਮਹਾਰਾਜ ਦੀ ਸ਼ਰਨ ਵਿੱਚ ਆਏ ਸਨ। ਤਾਂ ਫਿਰ 12 ਸਾਲ ਵਿੱਚ ਹੋਰ ਜੋੜ ਲਈਏ ਅਤੇ 73 ਸਾਲਾਂ ਤੋਂ ਉੱਪਰ 83 ਸਾਲ ਤੋਂ ਉੱਪਰ ਦੀ ਉਮਰ ਹੋ ਗਈ। ਅਤੇ ਇੰਨੀ ਉਮਰ ਦੇ ਵਿੱਚ ਵੀ ਸੇਵਾ ਵਿੱਚ ਕੋਈ ਨਾਗਾ ਨਹੀਂ ਉਹਨਾਂ ਨੇ ਪੈਣ ਦਿੱਤਾ ਸੀ। ਇਹ ਗੁਰੂ ਸਾਹਿਬਾਂ ਨੇ ਆਪ ਆਪਣੇ ਹੱਥੀਂ ਸੇਵਾ ਕਰਕੇ ਸਾਨੂੰ ਜਾਚ ਸਿਖਾਈ ਹੈ ਕਿ ਭਾਈ ਤੁਸੀਂ ਇੱਦਾਂ ਸੇਵਾ ਕਰਿਆ ਕਰੋ।
ਤੋ ਇਸ ਤਰ੍ਹਾਂ ਮਹਾਰਾਜ ਜੀ ਜਦੋਂ ਸੰਗਤ ਜੀ ਗਏ ਤਾਂ ਮਾਨੋ ਕਿ ਪ੍ਰੀਖਿਆ ਹੀ ਪੈ ਗਈ ਹੈ। ਕਹਿਣ ਲੱਗੇ ਜਲ ਵੀ ਲੈ ਕੇ ਜਾਣਾ, ਮਹਾਰਾਜ ਜੀ ਦਾ ਇਸ਼ਨਾਨ ਵੀ ਕਰਾਉਣਾ ਹੈ। ਅੱਜ ਤਾਂ ਮੀਂਹ ਚੱਕਰ ਬਹੁਤਾ ਜ਼ਿਆਦਾ ਹੈ ਤੇ ਪਾਣੀ ਦਾ ਪ੍ਰਵਾਹ ਵੀ ਬੜਾ ਤੇਜ਼ ਚੱਲੇ। ਮਹਾਰਾਜ ਨੇ ਗਾਗਰ ਭਰੀ, ਮਸਾਂ ਸਿਰ ਤੇ ਚੱਕੀ, ਉਹਨੂੰ ਢੱਕ ਕੇ ਲੈ ਕੇ ਆ ਰਹੇ ਸਨ। ਆਉਂਦਿਆਂ ਜਦੋਂ ਖਡੂਰ ਸਾਹਿਬ ਦੇ ਨੇੜੇ ਪਹੁੰਚੇ ਉੱਥੇ ਸੰਗਤ ਜੀ ਇੱਕ ਜੁਲਾਹਿਆਂ ਦਾ ਪਰਿਵਾਰ ਸੀ ਰਹਿੰਦਾ। ਉਹਨਾਂ ਦੀ ਖੱਡੀ ਲੱਗੀ ਹੋਈ ਸੀ ਬਾਹਰ ਰਸਤੇ ਦੇ ਵਿੱਚ ਹੀ, ਤੇ ਬਹੁਤਾ ਜ਼ਿਆਦਾ ਮੀਂਹ ਪੈਣ ਕਰਕੇ ਉਹਦਾ ਕੁਝ ਪਤਾ ਨਾ ਚੱਲਿਆ ਤੇ ਮਹਾਰਾਜ ਜੀ ਤੁਰਦਿਆਂ ਉਹ ਖੱਡੀ ਨਾਲ ਪੈਰ ਅੜ ਕੇ ਉੱਥੇ ਡਿੱਗ ਪਏ ਤੇ ਡਿੱਗਣ ਕਰਕੇ ਖੜਾਕ ਬਹੁਤਾ ਖੜਕਾ ਹੋਇਆ, ਪਰ ਗਾਗਰ ਸੰਭਾਲ ਲਈ, ਜਲ ਨਾ ਡੁੱਲਣ ਦਿੱਤਾ। ਖੜਕਾ ਸੁਣ ਕੇ ਜਲਾਹਾ ਤੇ ਜੁਲਾਹੀ ਅੰਦਰ ਬੈਠੇ ਸੀ। ਉਹਨਾਂ ਨੇ ਕਿਹਾ ਕਿ ਇਸ ਵੇਲੇ ਕੌਣ ਹੈ ਬਾਹਰ? ਜਿਹੜੀ ਜੁਲਾਹੀ ਸੀ ਉਹਨੇ ਕਿਹਾ ਜੀ ਕੌਣ ਹੋਣਾ ਇਸ ਵੇਲੇ? ਉਹੀ ਹੈ। ਸ਼ਬਦ ਉਹਨੇ ਕਹੇ ਸੰਗਤ ਜੀ ਕਿ ਅਮਰੂ ਨਿਥਾਵਾਂ। ਇਹੋ ਜਿਹਾ ਕਹਿੰਦੇ ਸ਼ਬਦ ਵਰਤਿਆ ਜਿਹੜਾ ਕੁੜਮਾਂ ਦਾ ਪਾਣੀ ਭਰਦਾ ਫਿਰਦਾ ਹੈ, ਸਾਰਾ ਦਿਨ ਇਹਨੂੰ ਟਿਕਾ ਹੈ ਨਹੀਂ। ਇਹੋ ਜਿਹੇ ਲਫ਼ਜ਼ ਉਹਨੇ ਬੋਲ ਦਿੱਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਸੁਭਾਵਿਕ ਹੀ ਬਚਨ ਕਹਿ ਦਿੱਤਾ, ਉਹ ਕਮਲੀਏ ਮੈਂ ਹੁਣ ਨਥਾਵਾ ਨਹੀਂ ਰਿਹਾ, ਮੈਂ ਤਾਂ ਨਥਾਵਿਆਂ ਨੂੰ ਥਾਂ ਦੇਣ ਵਾਲੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ। ਇਹ ਸੁਭਾਵਿਕ ਹੀ ਸ਼ਬਦ ਨਿਕਲਿਆ ਕਮਲੀ, ਤੇ ਉਹ ਸਾਧ ਸੰਗਤ ਜੀ ਉਸੇ ਸਮੇਂ ਉਹਨੂੰ ਕਮਲਪੁਣਾ ਹੋ ਗਿਆ। ਇੱਧਰ ਜਦੋਂ ਜਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਕੋਲੇ ਆਏ, ਇਸ਼ਨਾਨ ਕਰਵਾਇਆ, ਮਹਾਰਾਜ ਜੀ ਸਾਧ ਸੰਗਤ ਦੀ ਇਸ਼ਨਾਨ ਕਰਕੇ ਸਮਾਧੀ ਵਿੱਚ ਲੀਨ ਹੋਏ। ਜਿਉਂ ਹੀ ਦਿਨ ਚੜ੍ਹਿਆ ਹੈ, ਸਤਿਗੁਰੂ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਕੋਲੇ ਬੁਲਾਇਆ, ਪੁੱਛਿਆ ਕਿ ਰਾਤ ਕੀ ਕੌਤਕ ਹੋਇਆ? ਦੱਸਿਆ ਮਹਾਰਾਜ ਬਸ ਇੱਦਾਂ ਹੀ ਜਲ ਲੈ ਕੇ ਆਇਆ ਸੀ ਤੇ ਡਿੱਗ ਗਿਆ ਸੀ, ਮੈਂ ਜਲ ਸੰਭਾਲ ਲਿਆ ਸੀ। ਮਹਾਰਾਜ ਕਹਿੰਦੇ ਨਹੀਂ, ਕੁਝ ਤੁਸੀਂ ਬਚਨ ਵੀ ਉੱਥੇ ਕੀਤਾ, ਕੁਝ ਤੁਹਾਨੂੰ ਗੱਲ ਕਿਸੇ ਨੇ ਕਹੀ ਕੋਈ? ਮਹਾਰਾਜ ਚੁੱਪ ਕਰ ਗਏ। ਕਹਿਣ ਲੱਗੇ ਨਹੀਂ ਮਹਾਰਾਜ, ਮੈਨੂੰ ਕਿਸੇ ਨੇ ਕੀ ਕਹਿਣਾ ਹੈ। ਇੰਨੇ ਚਿਰ ਨੂੰ ਸੰਗਤ ਜੀ ਉਹ ਜਲਾਹਾ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ, ਜੋ ਕਮਲਪੁਣਾ ਹੋ ਚੁੱਕਾ ਸੀ। ਸਿਰ ਦੇ ਵਾਲ ਪੁੱਟੀ ਜਾਵੇ, ਚੀਕਾਂ ਮਾਰੀ ਜਾਵੇ, ਕਦੀ ਇੱਧਰ ਨੂੰ ਭੱਜੇ, ਕਦੀ ਆਪਣੇ ਕੱਪੜੇ ਪਾੜੇ, ਕਦੀ ਉਹਨੂੰ ਪੈ ਜਾਵੇ। ਉਹਨੂੰ ਮਸਾਂ ਫੜ ਕੇ ਮਹਾਰਾਜ ਦੇ ਕੋਲੇ ਲਿਆਂਦਾ ਤੇ ਕਿਹਾ ਮਹਾਰਾਜ ਪਤਾ ਹੀ ਨਹੀਂ ਇਹਨੂੰ ਰਾਤ ਦਾ ਕੀ ਹੋ ਗਿਆ ਹੈ। ਮਹਾਰਾਜ ਜੀ ਕਹਿਣ ਲੱਗੇ ਇਹਨੇ ਸਾਡੇ ਸਭ ਤੋਂ ਪਿਆਰੇ ਸੇਵਕ ਨੂੰ ਬੋਲੀ ਮਾਰੀ ਸੀ ਤੇ ਉਹਦੀ ਰਸਨਾ ਤੋਂ ਸੁਭਾਵਿਕ ਇਹ ਬਚਨ ਨਿਕਲਿਆ ਸੀ। ਇਸ ਕਰਕੇ ਕਹਿੰਦੇ ਹੈ ਕਿ ਤੁਹਾਨੂੰ ਐਸਾ ਨਹੀਂ ਕਹਿਣਾ ਚਾਹੀਦਾ ਕਿਸੇ ਨੂੰ। ਇਹ ਸਿੱਖਿਆ ਮਹਾਰਾਜ ਨੇ ਦਿੱਤੀ। ਕਿਹਾ ਕਿ ਜੀ ਹੁਣ ਤੁਸੀਂ ਇਹ ਪਿੰਡ ਨੂੰ ਛੱਡ ਕੇ ਚਲੇ ਜਾਵੋ, ਇਹ ਘਰ ਤੁਸੀਂ ਸਾਨੂੰ ਦੇ ਦਿਓ। ਇਹ ਜਿਹੜੇ ਤੁਹਾਡੀ ਖੱਡੀ ਦੇ ਨਾਲ ਅੜ ਕੇ ਸਾਡਾ ਸੇਵਕ ਡਿੱਗਿਆ ਸੀ, ਸਾਡਾ ਹੁਣ ਉੱਥੇ ਹੀ ਸੰਸਕਾਰ ਹੋਵੇਗਾ। ਇਹ ਬਚਨ ਮਹਾਰਾਜ ਨੇ ਕਹਿ ਦਿੱਤੇ। ਉਹ ਸਾਧ ਸੰਗਤ ਜੀ ਫਿਰ ਵੇਚ ਕਰਕੇ ਜ਼ਮੀਨ ਆਪਣੀ, ਘਰ-ਬਾਰ, ਗੁਰੂ ਸਾਹਿਬ ਨੂੰ ਤੇ ਆਪ ਚਲੇ ਗਏ ਸਨ। ਤਾਂ ਫਿਰ ਮਹਾਰਾਜ ਜੀ ਨੇ ਕਿਹਾ ਕਿ ਉਹਨਾਂ ਨੇ ਤੁਹਾਨੂੰ ਨਥਾਵਾਂ ਕਿਹਾ, ਤੁਸੀਂ ਨਥਾਵਿਆਂ ਦੇ ਥਾਂ ਹੋ, ਨਿਗਤਿਆਂ ਦੀ ਗਤ ਹੋ, ਨਿਪੱਤਿਆਂ ਦੀ ਪੱਤ ਹੋ, ਨਿਧਰਿਆਂ ਦੀ ਧਿਰ ਹੋ, ਨਿਆਸਿਆਂ ਦੇ ਆਸਰਾ ਰੂਪ ਹੋ। ਇੱਦਾਂ ਕਰਦਿਆਂ ਕਰਾਉਂਦਿਆਂ ਸਾਧ ਸੰਗਤ ਜੀ 12 ਸਾਲ ਦੀ ਸੇਵਾ ਤੇ 12 ਹੀ ਵਰ ਮਹਾਰਾਜ ਨੇ ਦਿੱਤੇ ਗੁਰੂ ਅਮਰਦਾਸ ਸਾਹਿਬ ਜੀ ਨੂੰ। ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਕੀਤਾ ਤੇ ਫਿਰ ਨਵਾਂ ਨਗਰ ਗੋਇੰਦਵਾਲ ਸਾਹਿਬ ਵਸਾਉਣ ਵਾਸਤੇ ਮਹਾਰਾਜ ਨੇ ਹੁਕਮ ਕੀਤਾ। ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਅਨੁਸਾਰ ਹੀ ਗੋਇੰਦਵਾਲ ਸਾਹਿਬ ਨਵਾਂ ਨਗਰ ਵਸਾਇਆ ਮਹਾਰਾਜ ਜੀ ਨੇ। ਸਮਾਂ ਪਾ ਕੇ ਗੁਰੂ ਅੰਗਦ ਸਾਹਿਬ ਦੀ ਜੋਤੀ ਜੋਤ ਸਮਾ ਗਏ। ਗੁਰੂ ਅਮਰਦਾਸ ਮਹਾਰਾਜ ਜੀ ਸਾਧ ਸੰਗਤ ਜੀ ਫਿਰ ਗੋਇੰਦਵਾਲ ਸਾਹਿਬ ਬਿਰਾਜੇ। ਇੱਥੇ ਮਹਾਰਾਜ ਜੀ ਨੇ ਫਿਰ ਨਵੀਂ ਮਰਜ਼ਾਦਾ ਆਰੰਭ ਕੀਤੀ। ਲੰਗਰ ਉਹੀ ਚੱਲਿਆ ਆ ਰਿਹਾ ਸੀ ਜੋ ਗੁਰੂ ਨਾਨਕ ਦੇਵ ਜੀ ਦਾ, ਗੁਰੂ ਅੰਗਦ ਦੇਵ ਜੀ ਦਾ, ਪਰ ਮਹਾਰਾਜ ਜੀ ਨੇ ਇਹ ਮਰਜ਼ਾਦਾ ਸਥਾਪਿਤ ਕਰ ਦਿੱਤੀ ਕਿ ਭਾਈ ਪਹਿਲਾ ਲੰਗਰ ਪਾਛੈ ਸੰਗਤ। ਪਹਿਲਾਂ ਜਾ ਕਰਕੇ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਹੈ, ਫਿਰ ਸਾਡੇ ਦਰਸ਼ਨਾਂ ਨੂੰ ਚੱਲ ਕੇ ਆਉਣਾ ਹੈ। ਇਹ ਮਰਜ਼ਾਦਾ ਬਣਾ ਦਿੱਤੀ ਜਿਸ ਲੰਗਰ ਦੇ ਵਿੱਚ ਉੱਚਾ ਨੀਵਾਂ, ਅਮੀਰ ਗਰੀਬ ਇੱਕ ਹੀ ਸਮਾਨ ਸਾਰੇ ਬੈਠ ਜਾਂਦੇ ਤੇ ਇੱਕ ਹੀ ਸਮਾਨ ਸਾਰਿਆਂ ਨੂੰ ਸਾਧ ਸੰਗਤ ਜੀ ਭੋਜਨ ਵਰਤਾਇਆ ਜਾਂਦਾ ਹੁੰਦਾ ਸੀ। ਇੱਦਾਂ ਇਹ ਲੰਗਰ ਦੀ ਮਰਜ਼ਾਦਾ ਚਲਾਈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਤਿਆਗ ਰੱਖਿਆ ਕਿ ਸਤਿਗੁਰੂ ਜੀ ਦੇ ਪਾਸ ਬੇਅੰਤ ਭੇਟਾਵਾਂ ਆਉਂਦੀਆਂ, ਪਰ ਮਹਾਰਾਜ ਜੀ ਸਾਧ ਸੰਗਤ ਜੀ ਓਨੀ ਹੀ ਭੇਟਾ ਰੱਖਦੇ ਜਿੰਨੀ ਭੇਟਾ ਇੱਕ ਦਿਨ ਲੰਗਰ ਦੇ ਵਿੱਚ ਲੱਗ ਜਾਂਦੀ। ਬਾਕੀ ਗੱਡਿਆਂ ਦੇ ਗੱਡੇ ਭਰੇ ਬਾਹਰ ਹੀ ਖਲੋਤੇ ਰਹਿ ਜਾਂਦੇ ਹੁੰਦੇ। ਇੱਥੋਂ ਤੱਕ ਕਿ ਰਾਤ ਨੂੰ ਜਿਹੜੇ ਪਾਣੀ ਵਾਲੇ ਘੜੇ ਹੁੰਦੇ ਉਹ ਵੀ ਪਾਣੀ ਡੋਲ ਕੇ ਮੂਧੇ ਮਾਰ ਦਿੱਤੇ ਜਾਂਦੇ ਹੁੰਦੇ ਸੀ। ਤੋ ਇੱਦਾਂ ਹੀ ਉਦਾਰਤਾ ਦੇ ਵਿੱਚ ਮਹਾਰਾਜ ਜੀ ਨੇ ਉੱਥੇ ਸੰਗਤ ਜੀ ਗੋਇੰਦਵਾਲ ਸਾਹਿਬ ਨਿਵਾਸ ਕੀਤਾ।
ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਇੰਨੀ ਜ਼ਿਆਦਾ ਬੰਦਗੀ ਕਰਵਾ ਦਿੱਤੀ, ਸੇਵਾ ਕਰਵਾ ਦਿੱਤੀ ਕਿ ਭੱਟ ਸਾਹਿਬਾਨਾਂ ਨੇ ਇਹ ਬਚਨ ਕਹਿ ਦਿੱਤੇ ਕਿ ਗੋਇੰਦਵਾਲ ਗੋਬਿੰਦਪੁਰੀ ਸਮ ਜੱਲਣ ਤੀਰ ਵਿਪਾਸ ਬਣਾਇਓ। ਭੱਟ ਜੱਲਣ ਜੀ ਕਹਿੰਦੇ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਿਆਸ ਦਰਿਆ ਦੇ ਕੰਢੇ 'ਤੇ ਜੋ ਗੋਇੰਦਵਾਲ ਸਾਹਿਬ ਬਣਾਇਆ ਹੈ, ਇਹ ਤਾਂ ਗੋਬਿੰਦਪੁਰੀ ਜੋ ਪਰਮਾਤਮਾ ਦੀ ਸੱਚਖੰਡ ਪੁਰੀ ਹੈ, ਉਹ ਹੀ ਹੈ ਇੱਥੇ ਕਹਿੰਦੇ ਧਰਤੀ 'ਤੇ ਬਣਾ ਦਿੱਤੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਉੱਥੇ ਬਿਰਾਜੇ ਹੈ। ਇੱਥੇ ਫਿਰ ਮਹਾਰਾਜ ਜੀ ਨੇ ਬੇਅੰਤ ਕੌਤਕ ਕੀਤੇ ਹੈ। ਤਕਰੀਬਨ 22 ਸਾਲ ਮਹਾਰਾਜ ਜੀ ਗੁਰਤਾ ਗੱਦੀ ਦੇ ਤਖਤ ਉੱਤੇ ਬਿਰਾਜੇ ਰਹੇ ਹੈ। ਗੁਰੂ ਅਮਰਦਾਸ ਸਾਹਿਬ ਜੀ 1609 ਬਿਕਰਮੀ ਦੇ ਵਿੱਚ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਬਣਦੇ ਹੈ ਅਤੇ 1631 ਬਿਕਰਮੀ ਤੱਕ ਮਹਾਰਾਜ ਜੀ ਭਾਦਰੋਂ ਦੀ ਪੂਰਨਮਾਸ਼ੀ ਤੱਕ ਗੁਰਤਾ ਗੱਦੀ 'ਤੇ ਬਿਰਾਜਮਾਨ ਰਹੇ ਨੇ। ਤੋ ਇਸ ਤਰੀਕੇ ਦੇ ਨਾਲ ਉਹਨਾਂ 22 ਸਾਲਾਂ ਵਿੱਚ ਮਹਾਰਾਜ ਨੇ ਬੜੇ ਮਹਾਨ ਕੌਤਕ ਕੀਤੇ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਫਿਰ ਸਿੱਖੀ ਦੇ ਪ੍ਰਚਾਰ ਵਾਸਤੇ 22 ਮੰਜੀਆਂ ਥਾਪੀਆਂ, 22 ਆਪਣੇ ਸਿੱਖ ਚੁਣੇ, ਉਹਨਾਂ ਨੂੰ ਸਾਰੇ ਤਰ੍ਹਾਂ ਦੀਆਂ ਸ਼ਕਤੀਆਂ ਗੁਰੂ ਘਰੋਂ ਦੇ ਕੇ, ਸਮਰੱਥਾ ਦੇ ਕੇ ਉਹਨਾਂ ਨੂੰ 22 ਸੂਬਿਆਂ ਵਿੱਚ ਪ੍ਰਚਾਰ ਵਾਸਤੇ ਭੇਜਿਆ ਸੀ। ਇਸੇ ਤਰ੍ਹਾਂ ਮਾਈਆਂ ਨੂੰ ਮਹਾਰਾਜ ਨੇ 72 ਮਾਈਆਂ ਨੂੰ 72 ਪੀੜ੍ਹੇ ਦਿੱਤੇ, ਜਿਨ੍ਹਾਂ ਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਮਹਾਰਾਜ ਨੇ ਸਾਧ ਸੰਗਤ ਜੀ ਭੇਜਿਆ ਕਿ ਤੁਸੀਂ ਵੀ ਜਾ ਕਰਕੇ ਸਿੱਖੀ ਦਾ ਪ੍ਰਚਾਰ ਕਰੋ। ਅਤੇ ਉਹਨਾਂ ਸਮਿਆਂ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਸਿੱਖੀ ਜਿਹੜੀ ਮਹਾਰਾਜ ਨੇ ਫੈਲਾ ਦਿੱਤੀ ਸੀ। ਤੋ ਉਹਨਾਂ ਸਮਿਆਂ ਵਿੱਚ ਹੀ ਜਿਵੇਂ ਗੋਇੰਦਵਾਲ ਸਾਹਿਬ ਨਵਾਂ ਨਗਰ ਵਸਿਆ ਅਤੇ ਭਾਈ ਬੱਲੂ ਜੀ ਜਿਹੜੇ ਮਹਾਰਾਜ ਜੀ ਦੇ ਪਰਮ ਸੇਵਕ ਸਨ, ਉਹਨਾਂ ਬੇਨਤੀ ਕੀਤੀ, ਮਹਾਰਾਜ ਇਹ ਨਵਾਂ ਨਗਰ ਵਸਦਾ ਦੇਖ ਕੇ ਬਹੁਤੀ ਸੰਗਤ ਆ ਰਹੀ ਹੈ ਅਤੇ ਸੰਗਤਾਂ ਦੇ ਰਹਿਣ ਵਾਸਤੇ ਉਹਨੇ ਆਪਣੇ ਕੋਲ ਇੱਥੇ ਕਮਰੇ ਹੈ ਨਹੀਂ, ਪ੍ਰਬੰਧ ਹੈ ਨਹੀਂ ਹੈ, ਅਤੇ ਉਹ ਪ੍ਰਬੰਧ ਕਰਨਾ ਜ਼ਰੂਰੀ ਹੈ। ਮਹਾਰਾਜ ਜੀ ਕਹਿੰਦੇ ਸਿੱਖੋ ਕੀ ਚਾਹੀਦਾ? ਮਹਾਰਾਜ ਲੱਕੜਾਂ ਚਾਹੀਦੀਆਂ ਵੱਡੀਆਂ ਵੀ ਜਿਨ੍ਹਾਂ ਕਰਕੇ ਇੱਥੇ ਸੋਹਣੀਆਂ ਛੱਤਾਂ ਪੈ ਸਕਣ। ਮਹਾਰਾਜ ਜੀ ਕਹਿੰਦੇ ਕਿੱਥੋਂ ਮਿਲਣਗੀਆਂ ਭਾਈ? ਮਹਾਰਾਜ ਇਹ ਤਾਂ ਇੱਧਰ ਹਰੀਪੁਰ ਕਾਂਗੜੇ ਵਾਲੇ ਇਲਾਕੇ 'ਚੋਂ, ਉੱਧਰ ਵੱਡੇ ਰੁੱਖ ਹੈ, ਸਾਲ ਦੇ ਰੁੱਖ ਨੇ, ਸਾਗਵਾਨ ਹੈ, ਚੀਲ ਦੇ ਰੁੱਖ, ਹੋਰ ਵੱਡੇ ਰੁੱਖ ਹੈ। ਮਹਾਰਾਜ ਉਹਨਾਂ ਦੀਆਂ ਲੱਕੜਾਂ ਜੇ ਪਹੁੰਚਣ ਤਾਂ ਵਧੀਆ ਇੱਥੇ ਮਕਾਨ ਬਣ ਸਕਦੇ ਹੈ। ਤਾਂ ਸਤਿਗੁਰੂ ਜੀ ਕਹਿੰਦੇ ਠੀਕ ਹੈ ਭਾਈ। ਅਤੇ ਮਹਾਰਾਜ ਜੀ ਨੇ ਸੰਗਤ ਜੀ ਆਪਣੇ ਭਤੀਜੇ ਸਾਵਨ ਮੱਲ ਜੀ ਉਹਨਾਂ ਦਾ ਨਾਮ ਹੈ, ਉਹਨਾਂ ਨੂੰ ਆਪਣੇ ਕੋਲ ਸੱਦਿਆ। ਕਹਿਣ ਲੱਗੇ ਕਿ ਪੁੱਤਰ ਤੁਸੀਂ ਕਾਂਗੜੇ ਦੇ ਇਲਾਕੇ ਵੱਲ ਜਾਣਾ। ਅਤੇ ਉਹ ਕਹਿਣ ਲੱਗਾ ਮਹਾਰਾਜ ਸੁਣਿਆ ਹੈ ਕਿ ਉੱਧਰਲੇ ਪਹਾੜੀ ਇਲਾਕੇ ਵਿੱਚ ਜਾਦੂ ਟੂਣੇ ਵਾਲੇ ਲੋਕ ਬੜੇ ਹੁੰਦੇ ਹੈ। ਸਾਵਨ ਮੱਲ ਦੇ ਮਾਤਾ ਜੀ ਨੇ ਵੀ ਬੇਨਤੀ ਕੀਤੀ, ਮਹਾਰਾਜ ਇੱਕੋ ਇੱਕ ਮੇਰਾ ਪੁੱਤਰ ਹੈ ਅਤੇ ਉੱਧਰਲੇ ਲੋਕ ਤਾਂ ਬੜੇ ਜਾਦੂ ਟੂਣਾ ਕਰਦੇ ਹੈ, ਅਤੇ ਮੇਰੇ ਪੁੱਤਰ ਨੂੰ ਐਵੇਂ ਕਿਤੇ ਜਾਦੂ ਟੂਣਾ ਕਰਕੇ ਬੰਨ੍ਹ ਹੀ ਨਾ ਲੈਣ। ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਜਿਹਨੇ ਸਾਡੀ ਸਿੱਖੀ ਧਾਰਨ ਕਰ ਲਈ ਹੈ ਉਹ 'ਤੇ ਨਹੀਂ ਕੋਈ ਜਾਦੂ ਟੂਣਾ ਅਸਰ ਕਰਦਾ ਹੁੰਦਾ। ਜੇ ਕੋਈ ਕਰੇਗਾ ਵੀ ਤਾਂ ਉਹ ਉਲਟਾ ਉੱਤੇ ਹੀ ਪੈ ਜਾਏਗਾ, ਹੋਵੇ ਸਾਡਾ ਸਿੱਖ। ਮਹਾਰਾਜ ਕਹਿੰਦੇ ਕੋਈ ਨਹੀਂ, ਇਹਨੂੰ ਅਸੀਂ ਆਪਣੀਆਂ ਬਰਕਤਾਂ ਦੇ ਕੇ ਤੋਰਾਂਗੇ। ਸਤਿਗੁਰੂ ਜੀ ਨੇ ਸੰਗਤ ਜੀ ਆਪਣੇ ਹੱਥ ਸਾਫ਼ ਕਰਨ ਵਾਲਾ ਰੁਮਾਲ ਸੀ, ਉਹ ਉਹਨੂੰ ਦਿੱਤਾ ਸਾਵਨ ਮੱਲ ਨੂੰ। ਕਿਹਾ ਕਿ ਜੀ ਆਹ ਰੁਮਾਲ ਲੈ ਜਾਓ, ਇਹਦੇ ਨਾਲ ਗੁਰੂ ਨਾਨਕ ਦੇਵ ਜੀ ਦੀਆਂ ਬਰਕਤਾਂ ਸਾਰੀਆਂ ਤੁਹਾਡੇ ਕੋਲ ਆਉਣਗੀਆਂ। ਮੱਥਾ ਟੇਕ ਕੇ ਸੰਗਤ ਜੀ ਚਲਾ ਗਿਆ। ਹਰੀਪੁਰ ਕਾਂਗੜ ਦੇ ਇਲਾਕੇ ਨੂੰ ਜਦੋਂ ਪਹੁੰਚਾ, ਉੱਥੋਂ ਦਾ ਰਾਜਾ ਜਿਹੜਾ ਹਿੰਦੂ ਰਾਜਾ ਸੀ, ਉਹਨਾਂ ਨੇ ਉਸ ਸਮੇਂ ਵਰਤ ਰੱਖੇ ਹੋਏ ਸੀ ਇਕਾਦਸ਼ੀ ਦਾ, ਅਤੇ ਇਕਾਦਸ਼ੀ ਦੇ ਵਰਤ ਦੇ ਵਿੱਚ ਉਹ ਚੁੱਲ੍ਹਾ ਨਹੀਂ ਤਪਾਇਆ ਕਰਦੇ ਸੀ। ਪਰ ਜਦੋਂ ਇਹ ਸਾਵਨ ਮੱਲ ਜੀ ਪਹੁੰਚੇ ਅਤੇ ਇਹਨਾਂ ਨੇ ਸਾਧ ਸੰਗਤ ਜੀ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ, ਬਣਾ ਕਰਕੇ ਜਿਹੜੇ ਕੁਝ ਗਰੀਬ ਗੁਰਬੇ ਸੀ ਉਹਨਾਂ ਨੂੰ ਪ੍ਰਸ਼ਾਦ ਵਰਤਾਇਆ। ਸਾਰੇ ਲੰਗਰ ਪ੍ਰਸ਼ਾਦਾ ਛਕ ਰਹੇ ਸੀ ਅਤੇ ਰਾਜੇ ਦੇ ਸਿਪਾਹੀ ਆ ਗਏ। ਉਹਨਾਂ ਨੇ ਇਹਨਾਂ ਸਾਰਿਆਂ ਨੂੰ ਫੜ ਕੇ ਰਾਜੇ ਦੇ ਪੇਸ਼ ਕੀਤਾ, ਅਤੇ ਰਾਜੇ ਨੇ ਫਿਰ ਪੁੱਛਿਆ ਕਿ ਤੁਸੀਂ ਕੌਣ, ਕਿੱਥੋਂ ਆਏ, ਇਹ ਕੀ ਕੀਤਾ? ਤਾਂ ਸਾਵਨ ਮੱਲ ਜੀ ਨੇ ਸਾਰੀ ਐਂ ਗੱਲ ਦੱਸੀ ਕਿ ਤੁਸੀਂ ਤਾਂ ਇਹ ਪਖੰਡ ਕਰਦੇ ਹੋ, ਵਰਤ ਇਹ ਕਾਹਦਾ ਵਰਤ ਹੋਇਆ? ਅਸੀਂ ਤਾਂ ਸਦਾ ਹੀ ਵਰਤ ਰੱਖਦੇ ਹਾਂ, ਤੁਸੀਂ ਤਾਂ ਇੱਕ ਤੇ 15 ਦਿਨਾਂ ਬਾਅਦ ਵਰਤ ਤੁਸੀਂ ਰੱਖਦੇ ਹੋ, ਸਾਡਾ ਸਦਾ ਹੀ ਵਰਤ ਚੱਲਦਾ ਹੈ। ਕਹਿੰਦੇ ਤੁਹਾਡਾ ਕਾਹਦਾ ਵਰਤ ਹੈ? ਕਹਿੰਦੇ 7 ਸੰਤੋਖ ਦਾ ਹੀ ਵਰਤ ਅਸੀਂ ਰੱਖਦੇ ਹਾਂ। ਸੁਣ ਕੇ ਜਿਹੜਾ ਰਾਜਾ ਸੀ ਉਹ ਬੜਾ ਗੁੱਸੇ ਦੇ ਵਿੱਚ ਵੀ ਆਇਆ, ਉਹਨੇ ਫੜ ਕੇ ਕੈਦ ਵਿੱਚ ਸੁੱਟ ਦਿੱਤਾ। ਕਹਿੰਦੇ ਆ ਵਰਤ ਰੰਗ ਰਹਿਣ ਦਿਓ, ਕੱਲ੍ਹ ਨੂੰ ਤੁਹਾਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਤੁਸੀਂ ਸਾਡੇ ਦੇਸ਼ ਵਿੱਚ ਆ ਕੇ ਅਤੇ ਇਹ ਸਾਡਾ ਨਿਯਮ ਭੰਗ ਕੀਤਾ ਹੈ।
ਬੈਠੇ ਰਹੇ। ਸਾਧ ਸੰਗਤ ਜੀ ਸਾਵਣ ਮੱਲ ਜੀ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਨਾਲ ਕੁਝ ਸਿੱਖ ਵੀ ਸਨ। ਉਸ ਸਮੇਂ ਕੀ ਹੋਇਆ, ਇਕਾਦਸ਼ੀ ਦਾ ਜਦੋਂ ਵਰਤ ਲੰਘਿਆ, ਅੱਗੇ ਦੁਆਦਸ਼ੀ ਆਈ ਤੇ ਦੁਆਦਸ਼ੀ ਵਾਲੇ ਦਿਨ ਜਿਹੜਾ ਰਾਜੇ ਦਾ ਪੁੱਤਰ ਸੀ, ਕੱਲਾ ਹੀ ਪੁੱਤਰ ਸੀ, ਇਕਾਦਸ਼ੀ ਵਾਲੇ ਦਿਨ ਭੁੱਖਾ ਰਿਹਾ ਤੇ ਦੁਆਦਸ਼ੀ ਵਾਲੇ ਦਿਨ ਉਹਨੇ ਜ਼ਿਆਦਾ ਖਾ ਲਿਆ, ਜਿਹਦੇ ਕਰਕੇ ਪੇਟ ਵਿੱਚ ਬਦਹਜ਼ਮੀ ਹੋ ਗਈ ਤੇ ਉਹਦੀ ਮੌਤ ਹੋ ਗਈ। ਸਾਰੇ ਰਾਜੇ ਦੇ ਜਿੰਨੇ ਵੀ ਲੋਕ, ਰਾਜਾ ਪਰਿਵਾਰ ਸਮੇਤ ਰੋਵੇ ਵੀ ਮੇਰਾ ਇੱਕੋ ਇੱਕ ਪੁੱਤਰ ਸੀ, ਚੜ੍ਹਾਈ ਕਰ ਗਿਆ, ਹੁਣ ਕੀ ਹੋਵੇ। ਇੱਕ ਕੋਈ ਸੰਗਤ ਜੀ ਨਕੋਦਰ ਨਾਮ ਦਾ ਸਿਆਣਾ ਵਜ਼ੀਰ ਸੀ, ਉਹਨੇ ਕਿਹਾ ਕਿ ਜੀ ਰਾਜੇ, ਤੂੰ ਇਹ ਗਲਤ ਕੀਤਾ ਹੈ। ਮੈਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੜੀ ਮਹਾਨਤਾ ਸੁਣੀ ਹੈ। ਇਹ ਉਹਨਾਂ ਦੇ ਉੱਥੋਂ ਸੇਵਕ ਚੱਲ ਕੇ ਆਏ ਹੈ, ਇਹ ਉਹਨਾਂ ਦਾ ਭਤੀਜਾ ਲੱਗਦਾ ਹੈ ਤੇ ਇਹਨਾਂ ਦਾ ਤੂੰ ਨਰਾਦਰ ਕੀਤਾ, ਜਿਹਦੇ ਕਰਕੇ ਇਹ ਕੁਝ ਹੋਇਆ ਹੈ। ਉਹਨਾਂ ਨੇ ਕਿਹਾ ਲਿਆਓ, ਉਹਨਾਂ ਨੂੰ ਬੁਲਾ ਕੇ ਸਾਵਣ ਮੱਲ ਜੀ ਨੂੰ ਲਿਆਂਦਾ ਗਿਆ। ਕਹਿਣ ਲੱਗੇ ਜੀ ਸਾਨੂੰ ਮਾफ़ ਕਰਿਓ, ਅਸੀਂ ਤੁਹਾਡਾ ਨਰਾਦਰ ਕੀਤਾ, ਜਿਹਦੇ ਕਰਕੇ ਰਾਜੇ ਦਾ ਪੁੱਤਰ ਚੜ੍ਹਾਈ ਕਰ ਗਿਆ। ਤੁਸੀਂ ਕਿਰਪਾ ਕਰੋ ਜੀ, ਸਾਨੂੰ क्षमा ਬਖਸ਼ੋ, ਇਹਨੂੰ ਜਿਉਂਦਾ ਕਰ ਦਿਓ। ਸਾਵਣ ਮੱਲ ਜੀ ਕਹਿਣ ਲੱਗੇ ਕਿ ਜਿਉਂਦਾ ਤਾਂ ਕਰ ਦੇਣੇ ਹੈ, ਪਰ ਇਹਦੇ ਬਦਲੇ ਕੀ ਦਿਓਗੇ ਤੁਸੀਂ। ਕਹਿੰਦੇ ਜੋ ਆਖੋ। ਕਹਿੰਦੇ ਇੱਕ ਤਾਂ ਤੁਸੀਂ ਸਿੱਖੀ ਧਾਰਨ ਕਰੋ। ਕਹਿੰਦੇ ਜੀ ਰਾਜਾ ਕਹਿੰਦਾ ਮਹਾਰਾਜ ਮੈਂ ਆਪਣੀ ਸਾਰੀ ਪ੍ਰਜਾ ਫੌਜਾਂ ਦੇ ਸਮੇਤ, ਰਾਣੀਆਂ ਦੇ ਸਮੇਤ ਸਿੱਖੀ ਧਾਰਨ ਕਰਾਂਗਾ। ਤੇ ਦੂਜਾ ਕਹਿਣ ਲੱਗੇ ਜੀ ਸਾਨੂੰ ਉੱਥੇ ਗੋਇੰਦਵਾਲ ਸਾਹਿਬ ਦੇ ਵਾਸਤੇ ਲੱਕੜਾਂ ਦੀ ਬੜੀ ਜ਼ਰੂਰਤ ਹੈ, ਵੱਡੀਆਂ ਵੱਡੀਆਂ ਤੁਹਾਡੇ ਰਾਜ ਵਿੱਚ ਲੱਕੜਾਂ ਨੇ, ਇਹ ਉੱਥੇ ਭੇਜਣੀਆਂ। ਕਹਿੰਦਾ ਜੀ ਸਿਰ ਮੱਥੇ। ਉਸੇ ਸਮੇਂ ਸਾਵਣ ਮੱਲ ਜੀ ਨੇ ਸਾਧ ਸੰਗਤ ਜੀ ਆਪਣੇ ਕੋਲੇ ਜਲ ਦਾ ਗੜਵਾ ਰੱਖਿਆ ਸੀ, ਜਪਜੀ ਸਾਹਿਬ ਦਾ ਪਾਠ ਕੀਤਾ ਤੇ ਉਹ ਰੁਮਾਲ ਜਿਹੜਾ ਮਹਾਰਾਜ ਨੇ ਦਿੱਤਾ ਸੀ ਉਹਨੂੰ ਕੱਢਿਆ, ਉਹਦਾ ਨੁੱਕਰ ਭਿਉਂ ਕੇ ਤੇ ਬੱਚੇ ਦੇ ਮੁਖ ਦੇ ਵਿੱਚ ਚੋ ਦਿੱਤੀ ਤੇ ਬੱਚਾ ਉੱਠ ਕੇ ਸਾਧ ਸੰਗਤ ਜੀ ਬੈਠ ਗਿਆ। ਸਾਰੇ ਬੜੇ ਖੁਸ਼ ਹੋ ਗਏ ਸਨ। ਰਾਜੇ ਨੇ ਫਿਰ ਆਪਣਾ ਉਹ ਜਿਹੜਾ ਬਚਨ ਸੀ ਪੂਰਾ ਕੀਤਾ। ਵੱਡੀਆਂ ਵੱਡੀਆਂ ਜਿਹੜੀਆਂ ਸੰਗਤ ਜੀ ਦਾਰ ਦੀ ਲੱਕੜ ਸੀ ਜਾਂ ਸਾਗਵਾਨ ਸੀ ਜਾਂ ਹੋਰ ਲੱਕੜਾਂ ਲੰਬੀਆਂ ਲੰਬੀਆਂ ਵੱਢ ਕੇ ਤੁਲੇ ਬਣਾ ਕੇ ਦਰਿਆ ਵਿੱਚ ਰੋੜ ਕੇ ਤੇ ਇੱਥੇ ਗੋਇੰਦਵਾਲ ਸਾਹਿਬ ਭੇਜੀ। ਸਮਾਂ ਪਾ ਕੇ ਤੇ ਫਿਰ ਇਹ ਰਾਜਾ ਸਾਵਣ ਮੱਲ ਜੀ ਦੇ ਨਾਲ ਚੱਲ ਕੇ ਤੇ ਗੁਰੂ ਸਾਹਿਬ ਜੀ ਦੇ ਕੋਲੇ ਵੀ ਆਇਆ ਸੀ, ਸਿੱਖੀ ਧਾਰਨ ਕੀਤੀ ਸੀ। ਇਹਦਾ ਮਹਾਰਾਜ ਨੇ ਸੰਗਤ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਵੱਡੀਆਂ ਰੌਣਕਾਂ ਲਾਈਆਂ ਤੇ ਇਸੇ ਤਰ੍ਹਾਂ ਫਿਰ ਸਮਾਂ ਪਾ ਕੇ ਸੱਚੇ ਪਾਤਸ਼ਾਹ ਜੀ ਨੇ ਬੌਲੀ ਸਾਹਿਬ ਦਾ ਨਿਰਮਾਣ ਕੀਤਾ। ਤਕਰੀਬਨ 7 ਸਾਲ ਬੌਲੀ ਸਾਹਿਬ ਨੂੰ ਲੱਗੇ। ਬੌਲੀ ਸਾਹਿਬ ਬਣੀ। ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਉਸ ਸਮੇਂ ਗੁਰੂ ਮਹਾਰਾਜ ਦੇ ਕੋਲੇ ਚੱਲ ਕਰਕੇ ਆਇਆ। ਆ ਕੇ ਤੇ ਮਹਾਰਾਜ ਜੀ ਦਾ ਬਚਨ ਜਿਵੇਂ ਮੰਨਿਆ ਤੇ ਉਸ ਸਮੇਂ ਜਿਵੇਂ ਸਾਧ ਸੰਗਤ ਜੀ ਉਹ ਰਾਜੇ ਦੇ ਜਿੰਨੇ ਨੌਕਰ ਸਨ ਉਹਨਾਂ ਨੇ ਸੋਚਿਆ ਕਿ ਬਾਦਸ਼ਾਹ ਆਇਆ ਹੈ ਤੇ ਬਾਦਸ਼ਾਹ ਦੇ ਅੱਗੇ ਜਿਵੇਂ ਉਹ ਗਲੀਚੇ ਵਿਛਾ ਦਿੰਦੇ ਹੁੰਦੇ ਲੋਕ, ਤੋਂ ਗਲੀਚੇ ਵਿਛਾਉਣ ਲੱਗੇ ਤੇ ਬਾਦਸ਼ਾਹ ਕਹਿੰਦੇ ਨਾ ਭਾਈ, ਇਹ ਜਿਹੜਾ ਦਰ ਹੈ ਤਾਂ ਗੁਰੂ ਨਾਨਕ ਦਾ ਦਰ ਹੈ, ਬੜਾ ਵੱਡਾ ਦਰ ਹੈ, ਇੱਥੇ ਨਹੀਂ ਅਸੀਂ ਗਲੀਚੇ ਵਿਛਾ ਕੇ ਜਾਣਾ, ਇੱਥੇ ਤਾਂ ਮੈਂ ਨੰਗੇ ਪੈਰੀ ਜਾਵਾਂਗਾ। ਕਹਿੰਦੇ ਹੈ ਕਿ ਬਾਦਸ਼ਾਹ ਅਕਬਰ ਨੇ ਆਪਣੇ ਪੈਰਾਂ ਦਾ ਜੋੜਾ ਵੀ ਲਾ ਦਿੱਤਾ ਤੇ ਨੰਗੇ ਪੈਰੀ ਚੱਲ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਪਹੁੰਚਿਆ ਤੇ ਮਹਾਰਾਜ ਜੀ ਦਾ ਹੁਕਮ ਸੀ ਕਿ ਪਹਿਲਾਂ ਲੰਗਰ ਛਕਣਾ ਤੇ ਉਸ ਸਮੇਂ ਮਹਾਰਾਜ ਜੀ ਦਾ ਵੀ ਸਮਾਂ ਹੋਇਆ ਸੀ ਲੰਗਰ ਛਕਣ ਦਾ। ਸਤਿਗੁਰੂ ਜੀ ਵੀ ਪੰਗਤ 'ਚ ਬੈਠ ਗਏ ਤੇ ਉਸ ਸਮੇਂ ਹਿੰਦੁਸਤਾਨ ਦਾ ਬਾਦਸ਼ਾਹ ਉਹ ਵੀ ਸੰਗਤ ਜੀ ਪੁੰਜੇ ਟਾੜ ਤੇ ਪਹਿਲੀ ਵਾਰ ਕਿਤੇ ਬੈਠਾ ਹੋਣਾ। ਅੱਗੇ ਤਾਂ ਸਿੰਘਾਸਨਾਂ 'ਤੇ ਬਹਿ ਕੇ ਛਕਦਾ ਹੋਏਗਾ, ਪਰ ਉਹਨੇ ਨਿਰਮਾਣਤਾ ਰੱਖੀ ਤੇ ਮਹਾਰਾਜ ਜੀ ਦੇ ਨਾਲ ਹੀ ਪੁੰਜੇ ਹੀ ਬਹਿ ਗਿਆ। ਤੇ ਜਿਹੜਾ ਸਲੂਣਾ ਦਲੀਆ ਮਹਾਰਾਜ ਜੀ ਛਕਿਆ ਕਰਦੇ ਸੀ, ਉਹਨੇ ਬੇਨਤੀ ਕੀਤੀ ਮਹਾਰਾਜ ਇਹ ਪਦਾਰਥ ਮੈਨੂੰ ਵੀ ਦਿਓ ਜੋ ਆਪ ਛਕਦੇ ਹੋ। ਸਤਿਗੁਰੂ ਜੀ ਨੇ ਭਾਈ ਬੱਲੂ ਨੂੰ ਕਿਹਾ ਜੀ ਥੋੜ੍ਹਾ ਇਹਦੇ ਵਿੱਚੋਂ ਕੱਢ ਕੇ ਬਾਦਸ਼ਾਹ ਨੂੰ ਦੇ ਦਿਓ। 36 ਤਰ੍ਹਾਂ ਦੇ ਪਦਾਰਥ ਖਾਣ ਵਾਲਾ ਰਾਜਾ ਅੱਜ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠਾ ਹੋਇਆ ਸਲੂਣਾ ਦਲੀਆ ਖਾਣ ਲੱਗਾ ਤੇ ਜਿਵੇਂ ਹੀ ਸਾਧ ਸੰਗਤ ਜੀ ਕਹਿੰਦੇ ਉਹ ਦਲੀਏ ਦਾ ਪਹਿਲਾ ਚਮਚਾ ਆਪਣੇ ਮੁਖ ਵਿੱਚ ਪਾਇਆ ਤੇ ਉਹ ਸਵਾਦ ਆਇਆ ਜਿਹੜੇ ਉਹਨੂੰ ਸਾਰੀ ਜ਼ਿੰਦਗੀ ਖਾਧੇ ਹੋਏ ਪਦਾਰਥਾਂ ਦੇ ਵਿੱਚੋਂ ਕਦੀ ਨਹੀਂ ਮਿਲਿਆ ਸੀ। ਮਹਾਰਾਜ ਦੇ ਚਰਨੀ ਲੱਗਾ, ਕਿਆ ਮਹਾਰਾਜ ਹੁਕਮ ਕਰੋ। ਤੇ ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ ਕਿ ਤੇਰੇ ਦੇਸ਼ ਦੇ ਵਿੱਚ ਇੱਕ ਪ੍ਰਥਾ ਚੱਲਦੀ ਪਈ ਹੈ ਬੜੀ ਗਲਤ। ਕਹਿੰਦੇ ਜੀ ਕੀ? ਮਹਾਰਾਜ ਕਹਿੰਦੇ ਕਿ ਦੇਖੋ ਜਦੋਂ ਕੋਈ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਤੇ ਬੀਬੀ ਅਜੇ ਜਵਾਨ ਹੀ ਹੁੰਦੀ ਹੈ, ਉਹਨੂੰ ਜ਼ਬਰਦਸਤੀ ਨਾਲ ਹੀ ਉਹਦੇ ਸਾੜ ਦਿੱਤਾ ਜਾਂਦਾ। ਇਹ ਸਤੀ ਪ੍ਰਥਾ ਚੱਲਦੀ ਸੀ। ਮਹਾਰਾਜ ਕਹਿਣ ਲੱਗੇ ਕਿ ਨਹੀਂ, ਐਸਾ ਨਹੀਂ ਹੋਣਾ ਚਾਹੀਦਾ। ਹਰੇਕ ਬੰਦੇ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਇਹ
ਸੁਤੰਤਰ ਸੁਭਾਅ ਹੋਣਾ ਚਾਹੀਦਾ, ਆਜ਼ਾਦੀ ਮਿਲਣੀ ਚਾਹੀਦੀ ਹੈ, ਉਹਦੀ ਮਰਜ਼ੀ ਪੁੱਛਣੀ ਚਾਹੀਦੀ ਹੈ ਕਿ ਜਿਵੇਂ ਉਹਦੇ ਖਿਆਲ ਦੇ ਵਿੱਚ ਹੋਵੇ। ਤੇ ਉਹ ਰਾਜਾ ਕਹਿਣ ਲੱਗਾ, ਮਹਾਰਾਜ ਆਪ ਜੀ ਦਾ ਹੁਕਮ ਸਿਰ ਮੱਥੇ। ਉਸੇ ਸਮੇਂ ਸਾਧ ਸੰਗਤ ਜੀ ਬਾਦਸ਼ਾਹ ਅਕਬਰ ਨੇ ਹੁਕਮ ਦਿੱਤਾ ਕਿ ਮੇਰੇ ਰਾਜ ਭਾਗ ਦੇ ਵਿੱਚ ਇਸ ਹਿੰਦੁਸਤਾਨ ਦੇ ਅੰਦਰ ਸਤੀ ਪ੍ਰਥਾ ਅੱਜ ਤੋਂ ਹੀ ਭੰਗ ਹੈ, ਖਤਮ ਹੈ। ਜੇ ਕਿਸੇ ਨੇ ਇਹ ਹੁਕਮ ਦੀ ਅਦੁੱਲੀ ਕੀਤੀ ਤਾਂ ਉਹਨੂੰ ਸਜ਼ਾਏ ਮੌਤ ਦਿੱਤੀ ਜਾਵੇਗੀ। ਇਹ ਮਹਾਰਾਜ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਸੰਗਤ ਜੀ ਫਿਰ ਖਤਮ ਕਰਾ ਦਿੱਤੀ ਸੀ ਉਸ ਸਮੇਂ। ਇਹ ਵੀ ਇੱਕ ਬੜਾ ਵੱਡਾ ਸਮਾਜ ਸੁਧਾਰਕ ਮਹਾਰਾਜ ਨੇ ਕੌਤਕ ਕੀਤਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਿਰ ਤੀਰਥਾਂ ਦੀ ਯਾਤਰਾ 'ਤੇ ਨਿਕਲੇ, ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ। ਤੇ ਯਾਤਰਾ 'ਤੇ ਜਾ ਕੇ ਮਹਾਰਾਜ ਨੇ ਬੇਅੰਤ ਲੋਕਾਂ ਨੂੰ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਜੋੜਿਆ। ਗੋਇੰਦਵਾਲ ਸਾਹਿਬ ਸੰਗਤ ਜੀ ਵੱਡੇ ਨਗਰ ਵਸਾ ਦਿੱਤੇ ਤੇ ਉੱਥੇ ਬੌਲੀ ਸਾਹਿਬ ਬਣਾ ਕੇ ਹੁਕਮ ਕੀਤਾ ਕਿ ਇਹਦੀਆਂ 84 ਪੌੜੀਆਂ ਨੇ, ਇੱਕ ਪੌੜੀ ਤੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਕਰਕੇ ਇੱਦਾਂ 84 ਜਪਜੀ ਦੇ ਪਾਠ ਕਰਨੇ ਤਾਂ ਉਹਨੂੰ ਕਹਿੰਦੇ ਅਸੀਂ ਪਰਮ ਮੁਕਤੀ ਦੇ ਦੇਵਾਂਗੇ। ਇਹ ਮਹਾਰਾਜ ਨੇ ਬਚਨ ਕੀਤੇ। ਸਿੱਖਾਂ ਵਿੱਚ ਬੜੀ ਸ਼ਰਧਾ ਭਾਵਨਾ ਉਸ ਸਮੇਂ ਜਾਗੀ ਤੇ ਉੱਥੇ ਹੀ ਸਾਧ ਸੰਗਤ ਜੀ ਮਹਾਰਾਜ ਨੇ ਫਿਰ ਜਿਹੜਾ ਜੋੜ ਮੇਲਾ ਹੈ, ਆਪਣੇ ਸਿੱਖਾਂ ਵਿੱਚ ਜੋੜ ਮੇਲੇ ਆਪਾਂ ਮਨਾਉਂਦੇ ਹੈ, ਇਹ ਜੋੜ ਮੇਲੇ ਮਨਾਉਣ ਦੀ ਪ੍ਰਥਾ ਵੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਡੱਲੇ ਪਿੰਡ ਤੋਂ ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਮਹਾਰਾਜ ਬੜੀਆਂ ਸੰਗਤਾਂ ਆਉਂਦੀਆਂ ਨੇ ਤੇ ਹੁਣ ਸਾਰੀਆਂ ਸੰਗਤਾਂ ਦਾ ਆਪਸ ਵਿੱਚ ਮੇਲ ਮਿਲਾਪ ਵੀ ਨਹੀਂ ਬਣਦਾ ਹੈ, ਤੁਸੀਂ ਆਪ ਕਿਰਪਾ ਕਰੋ ਕੁਝ ਇਹੋ ਜਿਹਾ ਜੋੜ ਮੇਲਾ ਆਪਾਂ ਬਣਾਈਏ ਜਿਹਦੇ ਕਰਕੇ ਮਹਾਰਾਜ ਸਾਰੀਆਂ ਸੰਗਤਾਂ ਇਕੱਠੀਆਂ ਹੋਣ। ਤੇ ਉਸ ਸਮੇਂ ਮਹਾਰਾਜ ਨੇ ਕਿਹਾ ਠੀਕ ਹੈ ਸਿੱਖੋ, ਫਿਰ ਆ ਵਿਸਾਖੀ ਦਾ ਜੋੜ ਮੇਲਾ ਤੁਸੀਂ ਮਨਾਉਣਾ ਸ਼ੁਰੂ ਕਰੋ। ਇੱਦਾਂ ਗੁਰੂ ਅਮਰਦਾਸ ਮਹਾਰਾਜ ਨੇ ਸਭ ਤੋਂ ਪਹਿਲਾਂ, ਕਿਉਂਕਿ ਪਹਿਲੇ ਪਾਤਸ਼ਾਹ ਦੂਜੇ ਪਾਤਸ਼ਾਹ ਵੇਲੇ ਕੋਈ ਜੋੜ ਮੇਲਾ ਨਹੀਂ ਮਨਾਇਆ ਜਾਂਦਾ ਸੀ, ਉੱਦਾਂ ਹੀ ਸੰਗਤਾਂ ਮਹਾਰਾਜ ਦੇ ਕੋਲ ਆਉਂਦੀਆਂ ਰਹਿੰਦੀਆਂ ਸਨ। ਤੇ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਇਹ ਜੋੜ ਮੇਲਾ ਸ਼ੁਰੂ ਕੀਤਾ ਸੀ ਵਿਸਾਖੀ ਦਾ। ਬੇਅੰਤ ਸੰਗਤਾਂ ਉੱਥੇ ਫਿਰ ਹਾਜ਼ਰ ਹੋਈਆਂ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੇ ਵਿੱਚ ਰੌਣਕਾਂ ਲਾਈਆਂ, ਭੋਗ ਮੋਖ ਦੇ ਵਰ ਲਾ ਦਿੱਤੇ, ਬੇਅੰਤ ਮਹਾਰਾਜ ਨੇ ਕੌਤਕ ਕੀਤੇ। ਤੇ 22 ਸਾਲਾਂ ਦੇ ਵਿੱਚ ਇੱਕ ਹੋਰ ਵੀ ਐਸਾ ਕੌਤਕ ਕੀਤਾ, ਜਦੋਂ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਹੀ ਸਨ, ਚੁਬਾਰਾ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਦੇ ਨਾਲ ਸਮਾਧੀ ਵਿੱਚ ਜੁੜੇ ਹੋਏ ਹੈ, ਉੱਥੇ ਇੱਕ ਬੱਚੇ ਇੱਕ ਮਾਈ ਦੇ ਰੋਣ ਦੀ ਆਵਾਜ਼ ਮਹਾਰਾਜ ਦੇ ਕੰਨੀ ਪਈ। ਮਹਾਰਾਜ ਨੇ ਭਾਈ ਬੱਲੂ ਜੀ ਜਿਹੜੇ ਮਹਾਰਾਜ ਜੀ ਦੇ ਸੇਵਕ ਸਨ ਭੇਜਿਆ, ਜਾਓ ਬੱਲੂ ਜੀ ਦੇਖੋ ਮਾਈ ਸਵੇਰੇ ਸਵੇਰੇ ਇੰਨਾ ਜ਼ਿਆਦਾ ਬੇਬਲਤਾ ਵਿੱਚ ਕਿਉਂ ਰੋ ਰਹੀ ਹੈ। ਭਾਈ ਬੱਲੂ ਜੀ ਗਏ, ਜਾ ਕੇ ਵੇਖ ਕੇ ਆ ਕੇ ਦੱਸਿਆ ਮਹਾਰਾਜ ਇੱਕ ਵਿਧਵਾ ਬੀਬੀ ਹੈ ਜਿਹਦਾ ਕੱਲਾ ਕੱਲਾ ਪੁੱਤਰ ਸੀ ਨੌਜਵਾਨ, ਉਹ ਚੜ੍ਹਾਈ ਕਰ ਗਿਆ ਹੈ, ਜਿਹਦੇ ਕਰਕੇ ਉਹ ਬਹੁਤ ਹੀ ਜ਼ਿਆਦਾ ਵਿਆਕੁਲ ਹੋ ਰਹੀ ਹੈ। ਮਹਾਰਾਜ ਜੀ ਕਹਿਣ ਲੱਗੇ ਭਾਈ ਸਾਡੇ ਕੋਲੋਂ ਕਿਸੇ ਦਾ ਰੋਣਾ ਦੇਖਿਆ ਨਹੀਂ ਜਾਂਦਾ ਹੈ, ਜਾਓ ਮਾਈ ਨੂੰ ਕਹੋ ਇਹ ਅੰਮ੍ਰਿਤ ਵੇਲਾ ਹੈ, ਪਰਮਾਤਮਾ ਦੀ ਸਿਫਤ ਵਿੱਚ ਜੁੜਨ ਦਾ ਸਮਾਂ ਹੈ, ਇਸ ਸਮੇਂ ਤੂੰ ਰੋ ਨਾ, ਸਵੇਰ ਹੁੰਦਿਆਂ ਹੀ ਤੇਰਾ ਪੁੱਤ ਤੈਨੂੰ ਵਾਪਸ ਦੇ ਦੇਵਾਂਗੇ। ਇਹ ਭਾਈ ਬੱਲੂ ਜੀ ਨੇ ਜਾ ਕੇ ਦੱਸਿਆ ਤੇ ਹੁਣ ਮਾਈ ਦੇ ਅੰਦਰ ਵਿਸ਼ਵਾਸ ਸੀ ਵੀ ਹਾਂ ਗੁਰੂ ਸਾਹਿਬ ਜੀ ਸਤ ਪ੍ਰਤੱਗੀ ਨੇ ਜੋ ਬਚਨ ਕਹਿ ਦਿੱਤਾ ਉਹ ਪੂਰਾ ਹੋਵੇਗਾ। ਤੇ ਉਸੇ ਸਮੇਂ ਸਾਧ ਸੰਗਤ ਜੀ ਸਵੇਰ ਹੋਣ ਤੋਂ ਪਹਿਲਾਂ ਹੀ ਆਪਣੇ ਪੁੱਤਰ ਨੂੰ ਚੁਕਾ ਕੇ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਕੀਤਾ। ਮਹਾਰਾਜ ਜੀ ਆਏ, ਉੱਠ ਕੇ ਸਾਧ ਸੰਗਤ ਜੀ ਜਦੋਂ ਸਿਮਰਨ ਭਜਨ ਤੋਂ ਬੰਦਗੀ ਤੋਂ ਆਉਂਦਿਆਂ ਸਾਰ ਹੀ ਮਹਾਰਾਜ ਨੇ ਬੱਚੇ ਨੂੰ ਉਹ ਉਠਾ ਦਿੱਤਾ। ਤੇ ਉਸ ਸਮੇਂ ਫਿਰ ਜਦੋਂ ਬੈਠੇ ਹੈ ਬਾਬਾ ਬੁੱਢਾ ਸਾਹਿਬ ਜੀ, ਭਾਈ ਬੱਲੂ ਜੀ, ਗੁਰੂ ਰਾਮਦਾਸ ਮਹਾਰਾਜ ਜੀ ਹੋਰ ਵੀ ਬੈਠੇ ਹੋਏ ਸਨ। ਤੇ ਮਹਾਰਾਜ ਜੀ ਕਹਿਣ ਲੱਗੇ ਜੀ ਇੱਦਾਂ ਜੇ ਅਸੀਂ ਲੋਕਾਂ ਦੇ ਬੱਚੇ ਜਿਉਂਦੇ ਕਰਨ ਲੱਗ ਪਏ ਤਾਂ ਇਹ ਤਾਂ ਫਿਰ ਚੰਗੀ ਗੱਲ ਨਹੀਂ ਹੈ, ਕਿੰਨਿਆਂ ਕੁ ਨੂੰ ਅਸੀਂ ਜਿਉਂਦੇ ਕਰਦੇ ਰਹਾਂਗੇ। ਇਸ ਕਰਕੇ ਧਰਮਰਾਜ ਨੂੰ ਹੀ ਕੋਲੇ ਸੱਦ ਲੈਂਦੇ ਆ। ਮਹਾਰਾਜ ਨੇ ਧਰਮਰਾਜ ਨੂੰ ਕੋਲੇ ਸੱਦਿਆ, ਕਹਿਣ ਲੱਗੇ ਉਹ ਧਰਮਰਾਜ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਪਰਮਾਤਮਾ ਦੀ ਬਣਾਈ ਹੋਈ ਇਹ ਮਰਜ਼ਾਦਾ ਵਿੱਚ ਵਿਘਨ ਪਾਈਏ, ਪਰ ਸਾਡਾ ਮਨ ਹੀ ਇੰਨਾ ਨਰਮ ਹੈ ਕਿ ਅਸੀਂ ਕਿਸੇ ਦਾ ਦੁੱਖ ਦੇਖ ਨਹੀਂ ਸਕਦੇ। ਇਸ ਕਰਕੇ ਜਿੰਨਾ ਚਿਰ ਅਸੀਂ ਗੁਰਤਾ ਗੱਦੀ 'ਤੇ ਹੈ ਉਹਨਾਂ ਚਿਰ ਕਿਸੇ ਮਾਪੇ ਦਾ ਪੁੱਤਰ ਨਾ ਪਹਿਲਾਂ ਲੈ ਕੇ ਜਾਵੀਂ। ਉਹ ਕਹਿਣ ਲੱਗਾ ਮਹਾਰਾਜ ਸਤ ਬਚਨ ਤੁਸੀਂ ਪੁੱਤਰ ਕਹਿੰਦੇ ਹੋ, ਮੈਂ ਤਾਂ ਤੁਹਾਡੇ ਇਸ ਨਗਰੀ ਦੇ ਵਿੱਚੋਂ ਕਿਸੇ ਪਸ਼ੂ ਪੰਛੀ ਨੂੰ ਵੀ ਨਹੀਂ ਲੈ ਕੇ ਜਾਵਾਂਗਾ। ਇੱਦਾਂ ਸਾਧ ਸੰਗਤ ਜੀ ਬਾਣੀ ਵਿੱਚ ਜਿਵੇਂ ਮਹਾਰਾਜ ਦੇ ਬਚਨ ਵੀ ਆਉਂਦੇ ਭੱਟ ਸਾਹਿਬਾਨਾਂ ਦੇ ਕਿ ਨਾਮ ਸੁਣਤ ਸੁਧ ਭਾਨ ਡਰਿਓ, ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾਮ ਸੁਣਦਿਆਂ ਸਾਰੀ ਸੂਰਜ ਦਾ ਪੁੱਤਰ ਜਿਹੜਾ ਧਰਮ ਰਾਜਾ ਹੈ ਉਹ ਡਰ ਜਾਂਦਾ ਸੀ। ਕਹਿੰਦਾ ਨਾ ਭਾਈ ਉਧਰ ਨੂੰ ਨਹੀਂ ਮੂੰਹ ਕਰਨਾ ਹੈ, ਗੋਇੰਦਵਾਲ ਸਾਹਿਬ ਵਾਲੇ ਪਾਸੇ ਨੂੰ।
ਇਹਦਾ 22 ਸਾਲਾਂ ਤੱਕ ਮਹਾਰਾਜ ਜੀ ਨੇ ਸੰਗਤ ਜੀ ਅੰਮ੍ਰਿਤ ਵਾਰ ਵਰਤਾ ਦਿੱਤਾ ਸੀ। ਸਾਰੇ ਲੋਕ ਨਿਸ਼ਚਿੰਤ ਹੋ ਕਰਕੇ ਫਿਰ ਗੋਇੰਦਵਾਲ ਸਾਹਿਬ ਦੇ ਵਿੱਚ ਵਸੇ। ਬੇਅੰਤ ਕੌਤਕ ਮਹਾਰਾਜ ਨੇ ਕੀਤੇ ਹੈ। ਕਰਦਿਆਂ ਸਾਧ ਸੰਗਤ ਜੀ ਫਿਰ ਉਹ 1631 ਬਿਕਰਮੀ ਸੰਮਤ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਚੁਬਾਰਾ ਸਾਹਿਬ ਗੁਰਦੁਆਰਾ ਸਾਹਿਬ ਉੱਥੋਂ ਹੇਠਾਂ ਉਤਰੇ। ਬੀਬੀ ਭਾਨੀ ਜੀ ਸਾਹਮਣੇ ਖਲੋਤੇ ਸੇਵਾ ਦੇ ਵਿੱਚ, ਤੇ ਮਹਾਰਾਜ ਜੀ ਕਹਿਣ ਲੱਗੇ, ਧੀਏ ਤੈਨੂੰ ਇੱਕ ਗੱਲ ਕਹੀਏ। ਕਹਿਣ ਲੱਗੀ, ਮਹਾਰਾਜ ਆਪ ਹੁਕਮ ਕਰੋ। ਸਤਿਗੁਰੂ ਜੀ ਕਹਿਣ ਲੱਗੇ, ਧੀਏ ਤੇਰਾ ਜਿਹੜਾ ਪਤੀ ਹੈ ਉਹਦਾ ਉਮਰ ਪੂਰੀ ਹੋ ਚੁੱਕੀ ਹੈ, ਉਹ ਹੁਣ ਚੜ੍ਹਾਈ ਕਰ ਜਾਵੇਗਾ, ਦੱਸ ਤੂੰ ਕੀ ਕਰੇਂਗੀ। ਕਹਿਣ ਲੱਗੀ, ਮਹਾਰਾਜ ਮੈਂ ਸੰਸਾਰ ਦੀਆਂ ਔਰਤਾਂ ਵਾਂਗ ਨਹੀਂ ਆ ਕਿ ਆਪਣੇ ਸਿਰ ਦੇ ਵਾਲ ਪੁੱਟੂੰ, ਕੱਪੜੇ ਪਾੜ ਲਊਂ, ਇੱਧਰ ਉੱਧਰ ਆ ਕੁਝ ਕਰੂੰ। ਮੈਨੂੰ ਤੁਸੀਂ ਗੁਰਸਿੱਖੀ ਦੀ ਗੁੜਤੀ ਦਿੱਤੀ ਹੋਈ ਹੈ ਤੇ ਭਾਣਾ ਮੰਨਣ ਦੀ ਦਾਤ ਦਿੱਤੀ ਹੋਈ ਹੈ। ਮਹਾਰਾਜ ਮੈਂ ਤੁਹਾਡੇ ਭਾਣੇ ਨੂੰ ਮਿੱਠਾ ਕਰਕੇ ਮੰਨਾਂਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਠੀਕ ਹੈ, ਤੇ ਜੇ ਅਸੀਂ ਤੇਰੇ ਪਤੀ ਦੀ ਉਮਰ ਤੈਨੂੰ ਦੇ ਦਈਏ ਵੀ ਤੇਰਾ ਪਤੀ ਹੋਰ ਜਿਉਂਦਾ ਰਹੇ ਫਿਰ। ਕਹਿਣ ਲੱਗੀ, ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੈ। ਤਾਂ ਕਹਿਣ ਲੱਗੇ ਕਿ ਸਾਡੀ ਉਮਰ ਹੁਣ 100 ਸਾਲ ਤੋਂ ਉੱਪਰ ਹੋ ਚੁੱਕੀ ਹੈ, ਅਜੇ 6 ਸਾਲ ਤੇ 11 ਮਹੀਨੇ ਕੁਝ ਦਿਨ ਸਾਡੀ ਉਮਰ ਹੋਰ ਰਹਿੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਹੁਣ ਉਮਰ ਤੇਰੇ ਪਤੀ ਨੂੰ ਦੇ ਦਿੱਤੀ ਜਾਵੇ, ਦੱਸ ਤੈਨੂੰ ਠੀਕ ਹੈ, ਪ੍ਰਵਾਨ ਹੈ। ਤੇ ਬੀਬੀ ਭਾਨੀ ਜੀ ਸਾਧ ਸੰਗਤ ਜੀ ਚੁੱਪ ਹੋ ਗਏ, ਹੁਣ ਕੀ ਕਹਿਣ। ਕਿਉਂਕਿ ਜੇ ਪਤੀ ਮੰਗਦੀ ਹੈ ਤਾਂ ਪਿਤਾ ਜਾਂਦਾ ਹੈ, ਜੇ ਪਿਤਾ ਮੰਗਦੀ ਹੈ ਤਾਂ ਪਤੀ ਜਾਂਦਾ ਹੈ। ਇਸ ਕਰਕੇ ਚੁੱਪ ਹੀ ਕਰ ਗਏ। ਮਹਾਰਾਜ ਜੀ ਖੁਸ਼ ਹੋਏ, ਕਹਿਣ ਲੱਗੇ, ਅਸੀਂ ਧੀਏ ਤੇਰੇ ਦਿਲ ਦੀ ਭਾਵਨਾ ਨੂੰ ਸਮਝ ਸਕਦੇ ਹਾਂ। ਤਾਂ ਕਹਿਣ ਲੱਗੇ, ਠੀਕ ਹੈ, ਹੁਣ ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਹੀ ਜਾਣ ਦੀ ਤਿਆਰੀ ਕਰ ਲੈਣੀ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕੋਲ ਬੁਲਾਇਆ, ਸਾਰੀ ਸੰਗਤ ਸੱਦੀ ਅਤੇ ਗੁਰਤਾ ਗੱਦੀ ਦਾ ਤਿਲਕ ਦੇ ਦਿੱਤਾ। ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਫਿਰ ਅੱਜ ਦਾ ਦਿਨ ਜਿਹੜਾ ਹੈ ਅੰਮ੍ਰਿਤ ਵੇਲੇ ਦੇ ਨਾਲ ਹੀ ਸਾਰੇ ਦੀਵਾਨ ਦੀ ਸਮਾਪਤੀ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਕੋਲੇ ਸੱਦਿਆ, ਸਾਰੀ ਮਰਜ਼ਾਦਾ ਦੱਸੀ ਕਿ ਭਾਈ ਇਹ ਸਾਰੇ ਸਿੱਖ ਹੁਣ ਗੁਰੂ ਰਾਮਦਾਸ ਜੀ ਦੀ ਆਗਿਆ ਦੇ ਵਿੱਚ ਰਹਿਣਾ ਹੈ। ਇਹਨਾਂ ਦਾ ਜੋ ਹੁਕਮ ਮੰਨੇਗਾ ਉਹੀ ਸਾਨੂੰ ਸਿੱਖ ਪ੍ਰਵਾਨ ਹੋਏਗਾ। ਉਸ ਸਮੇਂ ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀਂ ਪਾਏ ਜੀਓ। ਬਾਬਾ ਮੋਹਰੀ ਜੀ ਤਾਂ ਸਾਹਮਣੇ ਹੋ ਗਏ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ, ਗੁਰਤਾ ਗੱਦੀ ਜਦੋਂ ਦਿੱਤੀ ਗੁਰੂ ਰਾਮਦਾਸ ਜੀ ਨੂੰ। ਫਿਰ ਮੋਹਰੀ ਪੁੱਤਰ ਜੀ ਨੇ, ਗੁਰੂ ਅਮਰਦਾਸ ਜੀ ਦੇ ਪੁੱਤਰ ਜੀ ਸਨ। ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਉਦੋਂ ਬਾਅਦ ਬਾਕੀ ਸੰਗਤਾਂ ਨੇ। ਤੋ ਇਸ ਤਰੀਕੇ ਨਾਲ ਸਾਧ ਸੰਗਤ ਜੀ ਮਹਾਰਾਜ ਨੇ ਉੱਥੇ ਫਿਰ ਕਿ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ। ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਫਿਰ ਜੋਤੀ ਜੋਤ ਸਮਾ ਗਏ ਤੇ ਸਾਰੀ ਕਾਇਨਾਤ ਨੂੰ ਮਹਾਰਾਜ ਜੀ ਨੇ ਸ਼ਾਂਤੀ ਦਾ ਹੀ ਉਪਦੇਸ਼ ਦਿੱਤਾ ਹੈ, ਸੁਚੱਜੇ ਜੀਵਨ ਦਾ ਉਪਦੇਸ਼ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ 17 ਰਾਗਾਂ ਵਿੱਚ ਮਹਾਰਾਜ ਜੀ ਦੀ ਬਾਣੀ ਹੈ। 891 ਸ਼ਬਦ ਇਕੱਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੱਖਰੇ ਵੱਖਰੇ ਰਾਗਾਂ ਵਿੱਚ ਆਏ ਹਨ। ਗੁਰੂ ਅਮਰਦਾਸ ਮਹਾਰਾਜ ਜੀ ਦੀ ਐਸੀ ਬਾਣੀ ਹੈ ਜਿਹੜੀ ਸੰਗਤ ਜੀ ਆਪਾਂ ਖੁਸ਼ੀ ਵੇਲੇ, ਗਮੀ ਵੇਲੇ, ਸੁੱਖ ਵੇਲੇ, ਦੁੱਖ ਵੇਲੇ, ਕਿਸੇ ਦੀਵਾਨ ਦੀ ਸਮਾਪਤੀ ਵੇਲੇ, ਹਰ ਸਮੇਂ ਆਪਾਂ ਬਾਣੀ ਪੜ੍ਹਦੇ, ਚਾਹੇ ਨਿਤਨੇਮ ਹੈ ਆਪਾਂ ਕਰਦੇ ਆਨੰਦ ਸਾਹਿਬ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਐਸੀ ਬਾਣੀ ਹੈ ਜਿਹੜੀ ਆਪਾਂ ਹਰ ਵੇਲੇ ਹੀ ਪੜ੍ਹਦੇ ਰਹਿੰਦੇ ਹਾਂ। ਕਿਸੇ ਵੀ ਸਮਾਗਮ ਦੀ ਸਮਾਪਤੀ ਹੋਵੇ, ਚਾਹੇ ਆਪਣੇ ਘਰ ਖੁਸ਼ੀ ਦਾ ਸਮਾਗਮ ਹੈ, ਚਾਹੇ ਕੋਈ ਗਮੀ ਦਾ ਸਮਾਗਮ ਹੈ, ਚਾਹੇ ਬੱਚੇ ਦਾ ਜਨਮ ਹੈ, ਚਾਹੇ ਬੱਚੇ ਦੀ ਮੌਤ ਹੈ, ਉਸ ਸਮੇਂ ਵੀ ਆਨੰਦ ਸਾਹਿਬ ਜੀ ਦਾ ਪਾਠ ਪੜ੍ਹਿਆ ਜਾਂਦਾ ਹੈ। ਇਹ ਵੱਡੀ ਬਾਣੀ ਮਹਾਰਾਜ ਜੀ ਦੀ। ਇਸੇ ਤਰ੍ਹਾਂ ਇੱਕ ਪੱਟੀ ਨਾਮੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਹੋਰ ਬੇਅੰਤ ਸ਼ਬਦ ਮਹਾਰਾਜ ਜੀ ਨੇ ਉਚਾਰਨ ਕਰਕੇ 17 ਰਾਗਾਂ ਵਿੱਚ 891 ਸ਼ਬਦ ਉਚਾਰਨ ਕਰਕੇ ਪੂਰੀ ਲੁਕਾਈ ਦੇ ਭਲੇ ਦਾ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ। ਐਸੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਤਾਂ ਹੀ ਤਾਂ ਭੱਟ ਸਾਹਿਬਾਂ ਸੰਗਤ ਜੀ ਕਿਹਾ ਹੈ। ਕਹਿਣ ਲੱਗੇ, ਕਨ ਹਰ ਬੂੰਦ ਬਸੋ ਅਰੁਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਇਹ ਵਡਿਆਈ ਕਰਦਿਆਂ ਹੋਇਆਂ ਦੱਸਿਆ ਕਿ ਮਹਾਰਾਜ ਸਾਉਣ ਦੇ ਮਹੀਨੇ ਵਿੱਚ ਕਿੰਨੀਆਂ ਬੂੰਦਾਂ ਧਰਤੀ 'ਤੇ ਡਿੱਗਦੀਆਂ ਕੋਈ ਗਿਣਤੀ ਨਹੀਂ ਕਰ ਸਕਦਾ।
ਜੇ ਕੋ ਗਿਣਨਾ ਚਾਹੇ ਤਾਂ ਗਿਣ ਲਵੇ। ਇਹ ਕੋਈ ਅਚਰਜ ਗੱਲ ਨਹੀਂ ਹੈ। ਬਸੋ ਰੋਮਾਵਲ, ਆ ਕਿੰਨੀ ਕਹਿੰਦੇ ਰੋਮਾਵਲੀ ਹੋਈ ਪਈ ਹੈ ਸਾਰੀ ਧਰਤੀ ਦੇ ਉੱਤੇ, ਤੇ ਇਹ ਵੀ ਕੋਈ ਗਿਣਨੀ ਚਾਹੇ ਗਿਣ ਲਵੇ, ਇਹ ਵੀ ਔਖੀ ਨਹੀਂ ਹੈ। ਤੇ ਇਸੇ ਤਰ੍ਹਾਂ ਕੁਸਮ ਬਸੰਤ, ਬਸੰਤ ਰੁੱਤ ਦੇ ਵਿੱਚ ਕਿੰਨੇ ਕੁ ਫੁਲਵਾੜੀ, ਕਿੰਨੇ ਕੁ ਫੁੱਲ ਖਿੜੇ ਹੋਏ ਹੈ, ਨਹੀਂ ਗਿਣੇ ਜਾ ਸਕਦੇ। ਕੋਈ ਗਿਣੇ ਤਾਂ ਗਿਣੀ ਲਵੇ। ਤਾਂ ਫਿਰ ਕਹਿੰਦੇ ਇਸੇ ਤਰ੍ਹਾਂ ਰੱਬ ਸੱਸ ਕਿਰਨ, ਸੂਰਜ ਔਰ ਚੰਦਰਮਾ ਦੀਆਂ ਕਿੰਨੀਆਂ ਕਿਰਨਾਂ ਧਰਤੀ ਤੇ ਪੈ ਰਹੀਆਂ, ਗਿਣੀਆਂ ਨਹੀਂ ਜਾ ਸਕਦੀਆਂ। ਕਹਿੰਦੇ ਕੋਈ ਗਿਣ ਲਵੇ ਤਾਂ ਗਿਣੀ ਲਵੇ, ਇਹ ਵੀ ਹੈਰਾਨੀ ਵਾਲੀ ਬਾਤ ਨਹੀਂ ਹੋ ਸਕਦੀ ਹੈ। ਉਧਰ ਸਾਗਰ ਕੋ, ਸਾਗਰ ਕਹਿੰਦੇ ਸਮੁੰਦਰ ਨੂੰ, ਸਮੁੰਦਰ ਦਾ ਉਧਰ ਪੇਟ, ਉਹਦੀ ਡੂੰਘਾਈ ਕਿੰਨੀ ਕੁ ਹੈ, ਮਾਪੀ ਨਹੀਂ ਜਾ ਸਕਦੀ। ਕਹਿੰਦੇ ਕੋਈ ਮਾਪਣ ਲੱਗੇ ਤਾਂ ਮਾਪ ਹੀ ਲਵੇ, ਚਲੋ ਇਹ ਵੀ ਮੰਨ ਲਵਾਂਗੇ, ਮਾਪੀ ਵੀ ਜਾ ਸਕਦੀ ਹੈ। ਫਿਰ ਗੰਗ ਤਰੰਗ ਅੰਤ ਕੋ ਪਾਵੈ, ਗੰਗਾ ਦੀਆਂ ਲਹਿਰਾਂ ਕਿੰਨੀਆਂ ਕੁ ਉੱਠ ਰਹੀਆਂ ਨੇ, ਕਿਹੜਾ ਅੰਤ ਪਾਵੇ। ਚਲੋ ਪਾ ਲਵੇ ਤਾਂ ਕੋਈ ਪਾ ਲਵੇ, ਮੰਨ ਵੀ ਲਿਆ ਜਾ ਸਕਦਾ ਹੈ। ਫਿਰ ਰੁਦਰ ਧਿਆਨ, ਕਹਿੰਦੇ ਜੋ ਸ਼ਿਵ ਜੀ ਹੈ ਇਹ 88 ਹਜ਼ਾਰ ਸਾਲ ਸਮਾਧੀ ਲਾ ਕੇ ਬੈਠਾ ਰਹਿੰਦਾ ਹੈ, ਇਹਨਾਂ ਧਿਆਨ ਲਾਉਂਦਾ ਹੈ। ਕਹਿੰਦੇ ਰੁਦਰ ਧਿਆਨ, ਇਹਦੇ ਧਿਆਨ ਦਾ ਅੰਤ ਕੌਣ ਪਾਵੇ। ਕੋਈ ਪਾਵੇ ਤਾਂ ਪਾ ਹੀ ਲਵੇ। ਗਿਆਨ ਸਤਿਗੁਰ ਕੇ, ਤੇ ਸਤਿਗੁਰੂ ਜੀ ਦੇ ਗਿਆਨ ਦੁਆਰਾ ਕਹਿੰਦੇ ਇਹਦਾ ਪਾ ਹੀ ਸਕਦਾ ਕੋਈ ਨਾ ਕੋਈ ਅੰਤ। ਪਰੰਤੂ ਅੱਗੇ ਜਾ ਕੇ ਦੱਸਦੇ ਹੈ ਕਿ ਭੱਲੇ ਅਮਰਦਾਸ ਗੁਣ ਤੇਰੇ, ਇਹ ਭੱਲਿਆਂ ਦੀ ਕੁਲ ਦੇ ਵਿੱਚ ਸੂਰਜ ਵਾਂਗ ਪ੍ਰਗਟ ਹੋਏ ਗੁਰੂ ਅਮਰਦਾਸ ਮਹਾਰਾਜ ਜੀ, ਜਿਹੜੇ ਆਪ ਜੀ ਦੇ ਗੁਣ ਹਨ, ਤੇ ਉਹਨਾਂ ਗੁਣਾਂ ਦਾ ਨਹੀਂ ਅੰਤ ਪਾਇਆ ਜਾ ਸਕਦਾ ਹੈ। ਤੇਰੀ ਉਪਮਾ, ਤੁਹਾਡੀ ਜਿਹੜੀ ਉਪਮਾ ਵਡਿਆਈ ਹੈ ਗੁਰੂ ਅਮਰਦਾਸ ਮਹਾਰਾਜ, ਇਹ ਤੁਹਾਨੂੰ ਹੀ ਬਣ ਆਉਂਦੀ ਹੈ। ਕਿਸੇ ਦੀ ਵਡਿਆਈ ਸੰਗਤ ਜੀ ਆਪਾਂ ਕਿਸੇ ਦੀ ਤੁਲਨਾ ਦੇ ਕੇ ਦਿੰਦੇ ਹੈ ਨਾ, ਫਲਾਣਾ ਬੰਦਾ ਸ਼ੇਰ ਵਰਗਾ, ਫਲਾਣਾ ਬੰਦਾ ਚੰਦਰਮਾ ਵਰਗਾ ਸੋਹਣਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਤੁਹਾਨੂੰ ਕਿਹਦੀ ਵਡਿਆਈ ਦੇਵਾਂ ਕਿ ਤੁਸੀਂ ਫਲਾਣੇ ਵਰਗੇ ਹੋ। ਤੁਹਾਡੇ ਤੇ ਕਿਸੇ ਦੀ ਉਪਮਾ ਦਿੱਤੀ ਜਾ ਹੀ ਨਹੀਂ ਸਕਦੀ। ਗੁਰੂ ਅਮਰਦਾਸ ਜੀ ਵਰਗੇ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਆਪ ਹੀ ਹੋ। ਐਸੇ ਵਡਿਆਈਆਂ ਦੇ ਮਾਲਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਦਿਨ ਸਾਧ ਸੰਗਤ ਜੀ ਜੋਤੀ ਜੋਤ ਸਮਾ ਗਏ ਸਨ। ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਰੀਰ ਤਿਆਗਿਆ। ਬਾਬਾ ਮੋਹਰੀ ਜੀ, ਬਾਬਾ ਬੁੱਢਾ ਜੀ, ਭਾਈ ਬੱਲੂ ਜੀ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਤਿਆਰ ਕੀਤੇ ਹੈ, ਮੋਢਿਆਂ ਦੇ ਚੱਕ ਕੇ ਲੈ ਕੇ ਗਏ ਹੈ। ਗੋਇੰਦਵਾਲ ਸਾਹਿਬ ਜਿੱਥੇ ਦਰਬਾਰ ਸਾਹਿਬ ਸੰਗਤ ਜੀ ਬਣਿਆ ਹੋਇਆ ਹੈ, ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਚਿਖਾ ਤਿਆਰ ਕੀਤੀ ਹੈ। ਇੱਥੇ ਫਿਰ ਬਾਬਾ ਮੋਹਰੀ ਜੀ ਨੇ ਆਪਣੇ ਹੱਥੀਂ ਝੰਡਾ ਲਾਇਆ, ਤੇ ਮਹਾਰਾਜ ਜੀ ਫਿਰ ਉਸ ਸਮੇਂ ਸਰੀਰ ਜਿਹੜਾ ਸੀ ਚਿਖਾ ਦੇ ਵਿੱਚ 5 ਤੱਤਾਂ ਦੇ ਵਿੱਚ ਮਿਲ ਗਿਆ। ਸਾਰੀ ਚਿਖਾ ਇਕੱਠੀ ਕਰਕੇ ਬਿਆਸ ਦਰਿਆ ਦੇ ਜਲ ਦੇ ਵਿੱਚ ਪ੍ਰਵਾਹ ਕਰ ਦਿੱਤੀ ਗਈ ਸੀ। ਇਸ ਤਰ੍ਹਾਂ ਸੰਗਤ ਜੀ ਅੱਜ ਦੇ ਦਿਨ ਇਹ ਜੋਤੀ ਜੋਧਪੁਰ ਮਹਾਰਾਜ ਜੀ ਦਾ ਹੈ। ਗੁਰੂ ਅਮਰਦਾਸ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਦਾ ਸਾਡੇ ਸਿਰ ਤੇ ਬਣਾਈ ਰੱਖਣ। ਅਸੀਂ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਗੁਣਾਂ ਨੂੰ, ਉਪਕਾਰਾਂ ਨੂੰ ਸਦਾ ਚੇਤੇ ਕਰਦੇ ਰਹੀਏ। ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂਠਾ